ਸ਼੍ਰੀ ਨਾਨਕ ਪਾਦ ਪੰਕਜ ਬੰਦ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰਾ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਇਕ ਦਿਨ ਸਤਿਗੁਰ ਨਿਸਾਮਹਿ ਸਹਿਜਾ ਪਰਸ ਪਤਾਏ। ਕੂਕ ਪੁਕਾਰੀ ਨਾਰ ਇਕ ਸਗਰੀ ਪੁਰੀ ਸੁਨਾਏ। ਇਕ ਦਿਨ ਸਤਿਗੁਰ ਨਿਸਾਮਹਿ ਸਹਿਜਾ ਪਰਸ ਪਤਾਏ। ਕੂਕ ਪੁਕਾਰੀ ਨਾਰ ਇਕ ਸਗਰੀ ਪੁਰੀ ਸੁਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜਾਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਦਇਆ ਕੇ ਖਜ਼ਾਨੇ। दास पातशाहियों जी के पावन पवित्र स्वरूप करुणा निधान जग दाते धन धन साहिब आदि श्री गुरु ग्रंथ साहिब जी महाराज सच्चे पातशाह जियां दे संध्या समय दे सज रहे दीवान अंदर
ਹਾਜ਼ਰੀਆਂ ਭਰ ਰਹੀ ਗੁਰੂ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀ। ਮਹਾਰਾਜ ਦੇ ਦਰਸ਼ਨ ਦਿਦਾਰੇ ਕਰਦਿਆਂ ਹੋਇਆਂ ਆਪ ਨੇ ਆਪਣਿਆਂ ਨੇਤਰਾਂ ਨੂੰ ਸਫਲਿਆਂ ਕੀਤਾ ਹੈ। ਗੁਰੂ ਗਰੀਬ ਨਵਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਮਿਹਰਾਮਤ ਦੇ ਸਦਕਾ ਇਹ ਪਾਵਨ ਪਵਿੱਤਰ ਸਤਸੰਗ ਦੀਆਂ ਕੜੀਆਂ ਮਾਨਣੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਕਥਾ ਸ਼੍ਰਵਣ ਕਰਨ ਦੇ ਪ੍ਰੇਮੀ ਜਨ ਆਪਣਿਆਂ ਕੰਮਾਂ ਕਾਰਾਂ ਨੂੰ ਸੰਕੋਚਦਿਆਂ ਹੋਇਆਂ ਨਿਤਾ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ। ਜਥਾ ਪ੍ਰਸੰਗ ਸਾਧ ਸੰਗ ਜੀ ਆਪਾਂ ਪਿਛਲੇ ਦੀਵਾਨ ਅੰਦਰ ਸ਼੍ਰਵਣ ਕੀਤਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪਾਵਨ ਪਵਿੱਤਰ ਗੋਇੰਦਵਾਲ ਸਾਹਿਬ ਦੀ ਨਗਰੀ ਨੂੰ ਭਾਗ ਲਾਏ ਹਨ। ਬੇਅੰਤ ਸਿੱਖ ਸੰਗਤਾਂ ਮਹਾਰਾਜ ਪਾਸੋਂ ਉਪਦੇਸ਼ ਲੈ ਲੈ ਕੇ ਆਪਣਾ ਪਰਮਾਰਥ ਪਰਲੋਕ ਸਫਲਾ ਕਰ ਲਈਆਂ। ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਵਨ ਪਵਿੱਤਰ ਦਰ ਘਰ ਦੀ ਕੀਰਤੀ ਸ਼ੋਭਾ ਸੰਸਾਰ ਦੇ ਕੋਨੇ ਕੋਨੇ ਵਿੱਚ ਫੈਲ ਰਹੀ ਹੈ। ਮਹਾਰਾਜ ਦੇ ਚਰਨਾਂ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਪਹੁੰਚ ਗਏ ਹਨ। ਤਿਨਾਂ ਦਾ ਵਿਵਾਹ ਜਥਾ ਹੋਇਆ। ਆਪ ਜੀਆਂ ਉੱਪਰ ਸੰਗ ਸਾਰਾ ਸਰਵਣ ਕੀਤਾ ਹੀ ਹੈ। ਅੱਗੇ ਕਵੀ ਜੀਆਂ ਉਹ ਬੀਰਬਲ ਦਾ ਪ੍ਰਸੰਗ ਜਿਸ ਪ੍ਰਕਾਰ ਲਿਖਣਾ ਕੀਤਾ ਹੈ। ਕਹਿੰਦੇ ਆ ਕਿ ਅਕਬਰ ਉਹਨਾਂ ਸਮਿਆਂ ਵਿੱਚ ਬਾਦਸ਼ਾਹ ਸੀ। ਅਕਬਰ ਦਾ ਬੜਾ ਚਹੇਤਾ, ਬੜਾ ਸਨੇਹੀ ਵਕੀਲ, ਸਨੇਹੀ ਉਹਦਾ ਮੰਤਰੀ ਜੀ ਦਾ ਨਾਮ ਬੀਰਬਲ ਹੈ। ਇਹ ਅਕਬਰ ਇਸ ਨੂੰ ਬਹੁਤ ਪ੍ਰੇਮ ਤੇ ਸਤਿਕਾਰ ਕਰਦਾ ਦਿੰਦਾ ਹੈ। ਜਾਤ ਦਾ ਇਹ ਬੀਰਬਲ ਬ੍ਰਾਹਮਣ ਹੈ। ਇਹ ਬੀਰਬਲ ਨੇ ਇੱਕ ਦਿਨ ਅਕਬਰ ਤਾਈਂ ਇਹ ਬੇਨਤੀ ਕੀਤੀ ਕਿ ਬਾਦਸ਼ਾਹ ਸਲਾਮਤ ਲਹਿੰਦੇ ਵਾਲੇ ਪਾਸੇ ਆ ਪੱਛਮ ਦੇਸ਼ਾਂ ਦੇ ਵਿੱਚ, ਰਿਆਸਤਾਂ ਵਿੱਚ ਥੋੜ੍ਹੇ ਸਮੇਂ ਬਾਅਦ ਹੀ ਬਗਾਵਤ ਉੱਠ ਖੜੀ ਹੁੰਦੀ ਹੈ। ਉੱਥੋਂ ਦੇ ਜਿਹੜੇ ਵਿਦਰੋਹੀ ਅੰਦੋਲਨਕਾਰੀ ਤੁਹਾਡੇ ਖਿਲਾਫ ਬਗਾਵਤ ਕਰਦੇ ਹਨ, ਤੁਹਾਥੋਂ ਆਖੀ ਹੋ ਜਾਂਦੇ ਰਜਵਾੜੇ। ਤੁਸੀਂ ਹਰ ਵਾਰੀ ਫੌਜ ਸੈਨਿਕਾਂ ਨੂੰ ਭੇਜਦੇ ਹੋ, ਇੱਕ ਵਾਰੀ ਰੁਕ ਜਾਂਦੇ ਆ, ਫਿਰ ਉਹ ਕੁਝ ਸਮੇਂ ਬਾਅਦ ਬਗਾਵਤ ਕਰ ਦਿੰਦੇ ਆ। ਇਸ ਵਾਰੀ ਤੁਸੀਂ ਮੈਨੂੰ ਹੁਕਮ ਕਰੋ ਤੇ ਮੈਂ ਪੱਛਮ ਵਾਲੇ ਪਾਸੇ ਫੌਜ ਲੈ ਕੇ ਜਾਵਾਂ ਤੇ ਰੋਜ਼ ਰੋਜ਼ ਦਾ ਯੱਬ ਨਬੇੜ ਆਵਾਂ, ਭਾਵ ਕਿ ਉਹਨਾਂ ਨੂੰ ਮਾਰ ਮੁਕਾਵਾਂ। ਅਕਬਰ ਇਹਦੀ ਇਸ ਦਲੀਲ ਤੋਂ ਬੜਾ ਖੁਸ਼ ਹੋਇਆ ਹੈ। ਕਹਿੰਦਾ, ਹਾਂ ਬੀਰਬਲ, ਤੈਨੂੰ ਜਾਣਾ ਚਾਹੀਏ, ਤੂੰ ਬਹੁਤ ਸਿਆਣਾ ਹੈ, ਬਹਾਦਰ ਵੀ ਹੈ। ਸਾਧ ਸੰਗਤ ਜੀ ਤੋਪਾਂ ਤੇ ਜਿਹੜੀਆਂ ਅਰਧ ਤੋਪਾਂ ਛੋਟੀਆਂ ਉਹ ਬੀਰਬਲ ਨੂੰ ਦੇ ਕੇ 50,000 ਫੌਜ ਅਕਬਰ ਨੇ ਦਿੱਤੀ। ਔਰ ਨਾਲ ਫੌਜ ਦੇ ਖਰਚੇ ਵਾਸਤੇ ਤੇ ਇਹਦੀ ਹੌਸਲਾ ਅਫਜ਼ਾਈ ਵਾਸਤੇ ਇੱਕ ਪ੍ਰਵਾਨਾ ਦਿੱਤਾ ਵੀ ਜਿੱਥੇ ਵੀ ਤੈਨੂੰ ਕੋਈ ਖੱਤਰੀ ਮਿਲੇਗਾ, ਜਿੱਥੇ ਦੇਸ਼ ਵਿੱਚ ਤੂੰ ਠਹਿਰੇਗਾ, ਇੱਕ ਖੱਤਰੀ ਜਾਤੀ ਦੇ ਮਨੁੱਖ ਪ੍ਰਤੀ 1 ਰੁਪਈਆ ਤੂੰ ਟੈਕਸ ਲੈ ਸਕਦਾ। ਬੀਰਬਲ ਪ੍ਰਵਾਨਾ ਲੈ ਕੇ ਬੜਾ ਖੁਸ਼ ਹੋਇਆ। ਦਿੱਲੀਓਂ ਚੱਲਦਾ ਹੋਇਆ ਉਹ ਪੱਛਮ ਨੂੰ ਜਾਂਦਾ ਹੈ। ਰਸਤੇ ਵਿੱਚ ਟੈਕਸ ਉਗਰਾਉਂਦਾ ਹੋਇਆ ਗੋਇੰਦਵਾਲ ਸਾਹਿਬ ਦੇ ਪਾਵਨ ਪਵਿੱਤਰ ਨਗਰ ਦੇ ਬਾਹਰ ਸਮੇਤ ਫੌਜਾਂ ਡੇਰਾ ਲਾਇਆ। ਪਤਾ ਕੀਤਾ, ਕਹਿੰਦੇ ਇੱਥੇ ਗੋਇੰਦਵਾਲ ਸਾਹਿਬ ਕਾਫੀ ਖੱਤਰੀ ਜਾਤ ਦੇ ਲੋਕ ਰਹਿੰਦੇ ਆ।
ਬੀਰਬਲ ਨੇ ਆਪਣੇ ਬੰਦੇ ਭੇਜ ਸੁਨੇਹਾ ਲਾ ਦਿੱਤਾ ਵੀ 1 ਰੁਪਈਆ ਇੱਕ ਬੰਦੇ ਖੱਤਰੀ ਜਾਤ ਦੇ ਪ੍ਰਤੀ ਮੈਨੂੰ ਰਾਜੇ ਵੱਲੋਂ, ਬਾਦਸ਼ਾਹ ਵੱਲੋਂ ਹੁਕਮ ਹੋਇਆ ਵੀ ਲੈਣਾ ਹੈ। ਇਹ ਬੀਰਬਲ ਦੇ ਬੰਦੇ ਜਾ ਗੁਰੂ ਅਮਰਦਾਸ ਮਹਾਰਾਜ ਨੂੰ, ਸਿੱਖਾਂ ਨੂੰ ਦੱਸਦੇ ਹੈ। ਸਿੱਖ ਗੁਰੂ ਅਮਰਦਾਸ ਮਹਾਰਾਜ ਦੇ ਚਰਨੀ ਆਏ ਵੀ ਮਹਾਰਾਜ ਬੀਰਬਲ ਆਇਆ, ਰਾਜੇ ਅਕਬਰ ਦਾ ਵਜ਼ੀਰ। ਉਹ 1-1 ਰੁਪਈਆ ਮੰਗਦਾ ਸਾਰਿਆਂ ਤੋਂ, ਕਿਵੇਂ ਕਰੀਏ? ਹਜ਼ੂਰ ਕਹਿੰਦੇ ਭਾਈ ਟੈਕਸ ਤਾਂ ਸਾਡੇ ਸਿੱਖ ਜਮਾਂ ਨੂੰ ਵੀ ਨਹੀਂ ਦੇਣਗੇ, ਤੇ ਇਹ ਤਾਂ ਫਿਰ ਮਨੁੱਖ ਹੈ, ਇਹਨੂੰ ਕਾਹਦਾ ਟੈਕਸ ਦਈਏ? ਕਿਸੇ ਨਹੀਂ ਦੇਣਾ। ਸਿੱਖ ਮਹਾਰਾਜ ਦੇ ਭਰੋਸਾ ਰੱਖ ਕੇ ਬਹਿ ਗਏ ਹੈ। ਉਹ ਫਿਰ ਰੌਲਾ ਪਿਆ, ਉਹ ਥੋੜ੍ਹਾ ਗੁੱਸੇ ਵਿੱਚ ਬੰਦੇ ਭੇਜੇ ਹੈ ਵੀ ਟੈਕਸ ਆਓ ਔਰ ਅਕਬਰ ਦੇ ਹੁਕਮ ਅਨੁਸਾਰ ਬੀਰਬਲ ਨੂੰ ਦਿਓ, ਤੇ ਨਾਲੇ ਸਿਰ ਝੁਕਾਓ ਜੇ ਸਲਾਮਤੀ ਚਾਹੁੰਦੇ ਹੋ। ਸਿੱਖਾਂ ਆਖਿਆ ਮਹਾਰਾਜ ਇਹ ਬ੍ਰਾਹਮਣ ਹੈ ਹੰਕਾਰੀ ਤੇ ਵਿਗੜ ਜਾਵੇਗਾ ਤੁਹਾਡੇ ਨਾਲ, ਤੇ ਕਿਰਪਾ ਕਰਕੇ ਆਪਾਂ ਕਿਉਂ ਨਾ ਇਹਨੂੰ 1 ਰੁਪਈਆ ਦੇ ਹੀ ਦਈਏ। ਸੱਚੇ ਪਾਤਸ਼ਾਹ ਜੀ ਕਹਿੰਦੇ ਕੋਈ ਨਾ, ਕੁਝ ਨਹੀਂ ਹੁੰਦਾ, ਜਾਓ ਤੁਸੀਂ ਨਾ 1 ਜਣਾ ਜਾਂ 2 ਜਣੇ ਇਹ ਜਾ ਕੇ ਵੇਖੋ ਵੀ ਕੀ ਆਂਦਾ ਹੈ, ਕੀ ਗੱਲਾਂ ਕਰਦੇ ਆ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਭੇਜੇ ਅਨੁਸਾਰ ਸਿੱਖ ਜਾ ਕੇ ਦੇ ਵਿੱਚ ਬੈਠ ਗਏ ਫੌਜ ਵਿੱਚ। ਉੱਥੇ ਨੇ ਸਾਰਿਆਂ ਨੂੰ ਆਖਿਆ ਕਿ ਜਿਹੜਾ ਟੈਕਸ ਨਹੀਂ ਦਿੰਦਾ ਖੱਤਰੀ, ਉਹਨੂੰ ਸਵੇਰੇ ਬੰਨ੍ਹ ਕੇ ਲੈ ਕੇ ਆਵਾਂਗੇ, ਉਹਦੀ ਪੱਤ ਰੋਲਾਂਗੇ। ਸਿੱਖਾਂ ਮਹਾਰਾਜ ਨੂੰ ਦੱਸਿਆ, ਮਹਾਰਾਜ ਉਹ ਤਾਂ ਸਵੇਰ ਦੀ ਵਿਉਂਤ ਬਣਾਈ ਬੈਠੇ ਹੈ ਵੀ ਚੜ੍ਹ ਕੇ ਆਉਣਗੇ, ਕਿਵੇਂ ਕਰੀਏ? ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਖਿਆ ਕਿ ਚਿੰਤਾ ਨਾ ਕਰੋ, ਚੜ੍ਹ ਕੇ ਉਹਨੇ ਕੀ ਆਉਣਾ ਹੈ, ਸਵੇਰ ਦੀ ਅੱਜ ਦੀ ਰਾਤ ਹੀ ਰੁਕੇਗਾ ਤੇ ਤੜਕੇ ਬੀਰਬਲ ਇੱਥੇ ਨਹੀਂ ਰਹੇਗਾ। ਉਸੇ ਤਰ੍ਹਾਂ ਹੀ ਹੋਇਆ। ਕੋਈ ਅਕਬਰ ਵੱਲੋਂ ਇਹਨੂੰ ਬੀਰਬਲ ਨੂੰ ਸੁਨੇਹਾ ਆਇਆ, ਕਹਿੰਦੇ ਕਿ ਜਲਦੀ ਦੇ ਨਾਲ ਤੁਸੀਂ ਲਹਿੰਦੇ ਵਾਲੇ ਪਾਸੇ ਪਹੁੰਚ ਬੀਰਬਲ, ਉੱਥੇ ਜਿਹੜੀ ਫੌਜ ਛੱਡੀ ਸੀ ਉਹਦਾ ਬੜਾ ਨੁਕਸਾਨ ਹੋ ਰਿਹਾ, ਤੇ ਉੱਥੇ ਪਹੁੰਚ। ਤੜਕੇ ਹੀ ਸਵਾਰਾ ਤਿਆਰ ਕਰ ਲਿਆ, ਸਾਰੀਆਂ ਫੌਜਾਂ ਤੁਰਨ ਲੱਗੀਆਂ। ਜਾਂਦੇ ਹੋਏ ਬੀਰਬਲ ਨੇ ਉਸ ਤਰ੍ਹਾਂ ਕਹਿ ਦਿੱਤਾ ਵੀ ਆਉਂਦੀ ਵਾਰੀ ਇਹਨਾਂ ਤੋਂ 10 ਗੁਣਾ ਟੈਕਸ ਲੈਣਾ, 1 ਰੁਪਈਏ ਦੀ ਥਾਂ ਤੇ 10-10 ਰੁਪਈਏ ਲਵਾਂਗੇ, ਨਾਲੇ ਇਹਨਾਂ ਨੂੰ ਵੇਖ ਲਾਂਗੇ, ਨਾਲੇ ਇਹਨਾਂ ਦੇ ਗੁਰੂ ਨੂੰ ਵੇਖਾਂਗੇ। ਇਹ ਵਚਨ ਕਰਕੇ ਪਾਪੀ ਬੀਰਬਲ ਗਿਆ, ਔਰ ਕੁਝ ਸਮੇਂ ਬਾਅਦ ਉੱਥੇ ਪਹੁੰਚਿਆ ਜਿੱਥੇ ਜਾਣਾ ਸੀ। ਉੱਥੇ ਜਾ ਕਰਕੇ ਸਾਧ ਸੰਗਤੋਂ 1-2 ਯੁੱਧ ਜਿੱਤੇ ਹੈ। ਕੁਝ ਸਮੇਂ ਬਾਅਦ ਹੀ ਉਹ ਬਰਫ਼ ਡਿੱਗਣ ਕਰਕੇ 50,000 ਫੌਜ ਦੇ ਸਮੇਤ ਬੀਰਬਲ ਉਹ ਬਰਫ਼ ਵਿੱਚ ਹੀ ਗਲ ਕੇ ਮਰਿਆ। ਇਉਂ ਗੁਰੂ ਘਰ ਦੇ ਨਾਲ ਮੱਥਾ ਲਾਉਣ ਵਾਲੇ ਦਾ ਹਸ਼ਰ ਹੋਇਆ। ਉਹ ਪ੍ਰਸੰਗ ਆਪਾਂ ਪਿੱਛੇ ਵਿਚਾਰਿਆ ਸੁਣਿਆ। ਅੱਗੇ ਜਥਾ ਇੱਕ ਮਾਈ ਦਾ ਪੁੱਤਰ ਮਰਨ ਉਪਰੰਤ ਮਹਾਰਾਜ ਜੀ ਦਇਆ ਕਰਦੇ ਹੋਏ ਉਸ ਮਾਈ ਦੇ ਪੁੱਤਰ ਨੂੰ ਜਿਉਂਦਾ ਕੀਤਾ। ਕੁਝ ਉੱਥੇ ਤਈਏ ਤਾਪ ਦਾ ਪ੍ਰਸੰਗ ਅੱਗੇ ਆ ਰਹੇ ਆ, ਜਥਾ ਆਉਂਦਾ ਆਪਾਂ ਸੁਣੀਏ ਜੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਹਿਰਦੇ ਵਿੱਚ ਵਸਾਓ। ਸਭ ਸੰਗਤ ਰਸਨਾ ਕਰੋ ਜੀ ਪਵਿੱਤਰ ਆਖਣਾ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਵਾਹਿਗੁਰੂ ਸਾਹਿਬ ਜੀਓ ਦੋਹਰਾ ਇੱਕ ਦਿਨ ਸਤਿਗੁਰ ਨਿਸਾ ਮਹਿ। ਕਵੀ ਜੀ ਅੱਗੇ ਪ੍ਰਸੰਗ ਲਿਖ ਰਹੇ ਹੈ। ਰਾਸ ਪਹਿਲੀ ਦਾ ਸਾਧ ਸੰਗ ਦੀ 42 ਅੰਸੂ ਆਰੰਭ ਹੁੰਦਾ ਹੈ, ਜਿੱਥੇ ਚੁਬਾਰਾ ਸਾਹਿਬ ਦਾ ਸਥਾਨ ਗੋਇੰਦਵਾਲ ਸਾਹਿਬ ਹੁਣ ਵੀ ਹੈ। ਇੱਥੇ ਗੁਰੂ ਅਮਰਦਾਸ ਜੀ ਮਹਾਰਾਜ ਬਿਰਾਜਿਆ ਕਰਦੇ ਸੀ ਰਾਤ ਦੇ ਸਮੇਂ। ਕਵੀ ਸੰਤੋਖ ਸਿੰਘ ਜੀ ਲਿਖਦੇ ਹੈ ਕਿ ਪਹਿਰ ਕੁ ਰਾਤ ਬਤੀਤ ਹੋਈ ਸੀ। ਗੁਰੂ ਅਮਰਦਾਸ ਜੀ ਮਹਾਰਾਜ ਚੁਬਾਰਾ ਸਾਹਿਬ ਵਾਲੇ ਸਥਾਨ 'ਤੇ
ਰਾਤ ਸਮੇਂ ਬਰਾਜੇ ਹੋਏ ਐ। ਸਹਿਜਾ ਪਰਸ ਪਤਾਏ। ਤੇ ਮਹਾਰਾਜ ਜੀ ਉਹ ਸੇਜਾ ਦੇ ਉੱਪਰ ਗਰੀਬ ਨਵਾਜ ਸੁੱਤੇ ਹੋਏ ਹਨ ਚੁਬਾਰਾ ਸਾਹਿਬ ਵਾਲੇ ਸਥਾਨ ਤੇ। ਸਤਿਗੁਰੂ ਸੁਖ ਮਾਣ ਰਹੇ ਆ। ਕੂਕ ਪੁਕਾਰੀ ਨਾਰ ਇੱਕ। ਮਹਾਰਾਜ ਕੀ ਸੁਣਦੇ ਆ? ਉੱਚੀ ਦਿਨੇ ਕਿਸੇ ਮਾਈ ਨੇ ਭੁੱਬ ਮਾਰੀ ਹੈ। ਉੱਚੀ ਚੀਕ ਮਾਰੀ ਹੋਈ ਸਤਿਗੁਰਾਂ ਇੱਕ ਮਾਈ ਦੀ ਸੁਣੀ ਹੈ। ਸਗਰੇ ਪੁਰੀ ਸੁਨਾਏ। ਇਕੱਲੇ ਮਹਾਰਾਜ ਨੇ ਨਹੀਂ, ਸਾਰੀ ਪੁਰੀ ਗੋਇੰਦਵਾਲ ਨੂੰ ਸਾਰੇ ਨੂੰ ਹੀ ਸੁਣੀ। ਇੰਨੀ ਜ਼ੋਰ ਦੀ ਮਾਤਾ ਨੇ ਵੈਣ ਪਾਇਆ ਵਿਰਲਾਪ ਕੀਤਾ ਹੈ। ਚਾ ਭਈ ਗੁਰ ਕੇ ਖੁੱਲੇ ਸੁਨਤ ਹੀ ਨੈਣ। ਮਹਾਰਾਜ ਦੇ ਨੈਣ ਖੁੱਲ ਨੇਤਰ ਉਗੜ ਗਏ ਹੈ। ਉਹ ਮਾਈ ਦੀ ਚੀਖ ਸੁਣ ਕੇ ਸਤਿਗੁਰੂ ਜੀ ਉੱਠੇ ਜਾਗੇ ਹਨ। ਬੋਲੇ ਦਾਸ ਸੰਗ ਸੁਖ ਦੈਨ। ਤੇ ਮਹਾਰਾਜ ਭਾਈ ਬੱਲੂ ਜੀ ਦੇ ਤਾਈ ਜਿਹੜੇ ਮਹਾਰਾਜ ਦੇ ਪਾਸ ਰਹਿੰਦੇ ਸੀ, ਭਾਈ ਬੱਲੂ ਜੀ ਦੇ ਤਾਈ ਗੁਰੂ ਪਾਤਸ਼ਾਹ ਜੀ ਬੋਲੇ ਆ। ਕਾਨ ਅਚਾਨਕ ਕਿਨ ਪੁਕਾਰੀ। ਕਹਿੰਦੇ ਭਾਈ ਬੱਲੂ ਆ ਏਡੀ ਭੁੱਬ ਅਚਾਨਕ ਹੀ ਕਿੰਨੇ ਮਾਰੀ ਹੈ? ਕਿੰਨੇ ਏਡੀ ਭੁੱਬ ਮਾਰ ਕੇ ਕਿਹਨੂੰ ਬੁਲਾਇਆ ਜਾਂ ਕੁਰਲਾਇਆ ਹੈ? ਕਿਸ ਤੇ ਦੁਖ ਪਾਇਓ ਇਸ ਨਾਰੀ। ਆ ਮਾਈ ਨੇ ਜਿਹੜੀ ਨੇ ਭੁੱਬ ਮਾਰੀ ਹੈ, ਇਹਨੂੰ ਹੋਇਆ ਕੀ ਹੈ ਤੇ ਕਿਸ ਕਾਰਨ ਕਰਕੇ ਏਡੀ ਦੁਖੀ ਹੋ ਕੇ ਇਹ ਚੀਕ ਰਹੀ ਹੈ? ਸੁਣ ਬੱਲੋ ਨੇ ਤਬਹਿ ਬਤਾਈ। ਸਤਿਗੁਰਾਂ ਤੋਂ ਸੁਣ ਕੇ ਬੇਨਤੀ ਕਰਦਾ ਹੋਇਆ ਭਾਈ ਵੱਲੂ ਬੋਲਿਆ ਹੈ। ਪੁੱਤਰ ਪੁੱਤਰ ਕਹਿ ਕੋ ਬਿਲ ਲਾਈ। ਕਹਿੰਦੇ ਮਹਾਰਾਜ ਕੋਈ ਜਾਣਕਾਰੀ ਤਾਂ ਨਹੀਂ, ਪਰ ਇਹ ਮਾਈ ਪੁੱਤਰ ਪੁੱਤਰ ਕਰਕੇ ਆਵਾਜ਼ਾਂ ਮਾਰ ਰਹੀ ਹੈ ਵੀ ਹਾਏ ਮੇਰਾ ਪੁੱਤਰ ਚੜਾਈ ਕਰ ਗਿਆ, ਜਾਂ ਹਾਏ ਮੇਰਾ ਪੁੱਤਰ ਨੂੰ ਕੀ ਹੋਇਆ। ਇਸ ਤਰ੍ਹਾਂ ਆਵਾਜ਼ਾਂ ਮਾਰਦੀ ਵੈਣ ਪਾਉਂਦੀ ਚੀਕਦੀ ਹੈ। ਕਹਾਂ ਭਇਓ ਕੁਛ ਜਾਏ ਨਾ ਜਾਨਾ। ਉਧਰਾਂ ਮਹਾਰਾਜ ਜਾਣਿਆ ਨਹੀਂ ਜਾਂਦਾ ਵੀ ਹੋਇਆ ਕੀ ਹੈ, ਅਸਲ ਨਹੀਂ ਪਤਾ, ਪਰ ਇਹ ਮਾਈ ਆਵਾਜ਼ਾਂ ਉੱਚੀ ਉੱਚੀ ਚੀਖਾਂ ਮਾਰ ਰਹੀ ਹੈ। ਨੰਦਨ ਦੁਖੀ ਕੇ ਹੱਥ ਭਾ ਪ੍ਰਾਨਾ। ਵੀ ਹੁਣ ਇਹ ਨਹੀਂ ਪਤਾ ਲੱਗਦਾ ਵੀ ਇਹਦੇ ਪੁੱਤਰ ਨੂੰ ਕੋਈ ਰੋਗ ਹੈ, ਪੁੱਤਰ ਇਹਦਾ ਕਿਸੇ ਕਾਰਨ ਕਰਕੇ ਦੁਖੀ ਹੈ ਤਾਂ ਰੋਂਦੀ ਹੈ, ਕਿ ਇਹਦਾ ਪੁੱਤਰ ਅਸਲੋਂ ਹੀ ਮਰ ਗਿਆ, ਚੜਾਈ ਕਰ ਗਿਆ ਤਾਂ ਰੋਂਦੀ ਹੈ। ਇਹ ਦੋਹਾਂ 'ਚੋਂ ਪਤਾ ਨਹੀਂ ਹੁਣ ਕੀ ਗੱਲ ਹੈ। ਉਸ ਤਰ੍ਹਾਂ ਆਪਣੇ ਪੁੱਤਰ ਦਾ ਨਾਮ ਲੈ ਲੈ ਕੇ ਰੋਂਦੀ ਹੈ। ਸਤਿਗੁਰ ਕਹਿਓ ਜਾਏ ਸੁਧ ਆਨਹ। ਤੇ ਮਹਾਰਾਜ ਕਹਿੰਦੇ ਭਾਈ ਬੱਲੂ ਜਾ ਵੇਖ ਤਾਂ ਸਹੀ ਵੀ ਕੀ ਹੋਇਆ, ਉਹ ਮਾਈ ਕਿਉਂ ਰੋਂਦੀ ਹੈ, ਪਤਾ ਕਰਕੇ ਆਓ। ਭਈ ਦੁਖੀ ਕਿ ਮਹਿ ਬਖਾਨਹ। ਸਾਨੂੰ ਦੱਸ ਆ ਕੇ ਵੀ ਉਹ ਮਾਤਾ ਬਜ਼ੁਰਗ ਕਿਉਂ ਦੁਖੀ ਹੋ ਰਹੀ ਹੈ, ਕਿਉਂ ਰੋ ਰਹੀ, ਚੀਕਾਂ ਮਾਰਦੀ ਹੈ। ਸੁਨ ਆਏ ਸਬੱਲੂ ਚਲ ਗਇਓ। ਸੁਣ ਕੇ ਮਹਾਰਾਜ ਤੋਂ ਹੁਕਮ ਆਗਿਆ ਲੈ ਕੇ ਭਾਈ ਵੱਲੂ ਜੀ ਗਏ ਆ ਪਤਾ ਕਰਨ ਵਾਸਤੇ। ਮ੍ਰਿਤਕ ਪੁੱਤਰ ਤਿਹ ਦੇਖਤ ਭਇਓ। ਭਾਈ ਵੱਲੂ ਜੀਆਂ ਵੇਖਿਆ ਵੀ ਇਹ ਮਾਈ ਜਿਹੜੀ ਰੋਂਦੀ ਹੈ, ਇਹਦਾ ਇੱਕੋ ਇੱਕ ਪੁੱਤਰ ਜਿਹੜਾ ਚੜਾਈ ਕਰ ਚੁੱਕਾ ਹੈ। ਸਭ ਵਿਦ ਬੂਝ ਗੁਰੂ ਟਿਗ ਕਹਿਓ। ਉਥੋਂ ਨਾਲ ਦੇ ਜਿਹੜੇ ਖੜੇ ਲੋਕ ਸਨ ਉਹਨਾਂ ਨੂੰ ਪੁੱਛਿਆ, ਆਖਿਆ ਵੱਲੂ ਨੇ ਵੀ ਕੀ ਗੱਲ ਬਣੀ, ਕਿਉਂ ਇਹ ਚੜਾਈ ਕੀਤਾ ਮਾਈ ਦਾ ਪੁੱਤਰ। ਪੁੱਛ ਕੇ ਸਾਰਿਆਂ ਤੋਂ ਸੁਣ ਕੇ ਗੱਲ ਅਸਲ ਸੱਚ ਭਾਈ ਬੱਲੂ ਜੀ ਗੁਰੂ ਅਮਰਦਾਸ ਜੀ ਮਹਾਰਾਜ ਪਾਸ ਆ ਗਏ ਆ। ਤ੍ਰਿਆ ਵਿਧਵਾ ਕੇ ਇੱਕ ਸਤ ਰਹਿਓ। ਕਹਿੰਦਾ ਭਾਈ ਬੱਲੂ ਮਹਾਰਾਜ ਇੱਕ ਵਿਧਵਾ ਇਸਤਰੀ ਮਾਈ ਦਾ ਇੱਕੋ ਇੱਕ ਕੱਲਾ ਕੱਲਾ ਪੁੱਤਰ ਸੀ। ਤੇ ਯਾ ਤਾਪ ਖੇਦ ਤਿਸ ਦੈ ਕੈ। ਤੇ ਤਈਆ ਤਾਪ ਚੜਿਆ ਇਸ ਨੂੰ, ਜਿਹੜਾ ਤੀਜੇ ਦਿਨ ਫੇਰ ਚੜ ਜਾਂਦਾ ਜਾਂ ਉਤਰ ਜਾਂਦਾ ਤੀਜੇ ਦਿਨ ਫੇਰ। ਉਹ ਤਈਆ ਤਾਪ ਜਿਹੜਾ ਹੈ ਉਹ ਮਹਾਰਾਜ ਉਹ ਮਾਈ ਦੇ ਵਿਧਵਾ ਮਾਈ ਦੇ ਪੁੱਤਰ ਨੂੰ ਚੜਿਆ, ਬੜਾ ਦੁੱਖ ਦਿੰਦਾ ਰਿਹਾ। ਕਰਿਓ ਮ੍ਰਿਤਕ ਬਹ ਨਿਰਬਲ ਕਹਿ ਕੈ। ਕੋ 2 3 4 ਦਿਨ ਤਈਆ ਤਾਪ ਚੜਦਾ ਰਿਹਾ ਤੇ ਸਰੀਰ ਬਹੁਤ ਕਮਜ਼ੋਰ ਹੋ ਗਿਆ ਉਹ ਬੱਚੇ ਦਾ, ਜਿਸ ਕਰਕੇ ਉਹ ਪੁੱਤਰ ਮਾਈ ਦਾ ਚੜਾਈ ਕਰ ਗਿਆ ਹੈ ਅੱਜ। ਸੁਣ ਕਰ ਕਹਿਓ ਪ੍ਰਾਤ ਜਬ ਹੋਏ। ਤੇ ਗੁਰੂ ਅਮਰਦਾਸ ਜੀ ਕਹਿੰਦੇ ਭਾਈ ਬੱਲੂ ਹੁਣ ਜਦੋਂ ਤੜਕਾ ਹੋਵੇਗਾ ਅੰਮ੍ਰਿਤ ਵੇਲਾ, ਮਰਿਓ ਪੁੱਤਰ ਤਿਸ ਜੀਵਨ ਹੋਏ। ਉਹ ਮਾਈ ਦਾ ਪੁੱਤਰ ਜਿਹੜਾ ਹੈ ਨਾ ਉਹ ਅਸੀਂ ਬਚਨ ਕਰਦੇ ਹਾਂ ਵੀ ਜਿਉਂਦਾ ਹੋਵੇਗਾ। ਜਦੋਂ ਤੜਕਾ ਹੋ ਜਾਵੇਗਾ ਉਹ ਮਰਿਆ ਹੋਇਆ ਮਾਈ ਦਾ ਪੁੱਤਰ ਜੀ ਜਾਵੇਗਾ। ਆਪ ਕਹਿ ਦੇਹੋ ਨਾ ਕਰਹਿ ਬਿਰਲਾਪ। ਤੇ ਉਹ ਮਾਈ ਨੂੰ ਜਾ ਕੇ ਕਹਿ ਦੇ ਵੀ ਸਵੇਰ ਗੁਰੂ ਅਮਰਦਾਸ ਜੀ ਆਖਿਆ ਵੀ ਤੜਕੇ ਤੀਕਰ ਤੇਰਾ ਮਰਿਆ ਪੁੱਤਰ ਜਿਉਂਦਾ ਹੋਵੇਗਾ, ਹੁਣ ਰੋਵੇ ਨਾ, ਹੁਣ ਵਿਰਲਾਪ ਨਾ ਕਰੇ। ਬੰਦਹ ਕੈਦ ਜੇਤੇ ਯਾ ਤਾਪ। ਤੇ ਜਿਹੜਾ ਤਈਆ ਤਾਪ ਨੇ ਉਹਦੇ ਪੁੱਤਰ ਨੂੰ ਦੁੱਖ ਦਿੱਤਾ ਹੈ,
ਅਸੀਂ ਸਵੇਰੇ ਉਹਨੂੰ ਬੰਦੀ ਬਣਾਵਾਂਗੇ, ਉਹਨੂੰ ਬੰਨ੍ਹ ਕੇ ਕੈਦ ਕਰ ਲਵਾਂਗੇ। ਸੁਣ ਬੱਲੂ ਨੇ ਜਾਏ ਹਟਾਈ, ਭਾਈ ਬੱਲੂ ਜੀਆਂ ਸੁਣ ਕੇ ਜਾ ਉਹ ਮਾਈ ਨੂੰ ਰੋਣੋਂ ਚੁੱਪ ਕਰਾਇਆ, ਸਭ ਨੂੰ ਰੋਣ ਤੋਂ ਹਟਾਇਆ ਹੈ। ਭਈ ਪਾਰਸਤ ਅੰਮ੍ਰਿਤ ਲੈ ਆਈ, ਤੇ ਜਦੋਂ ਤੜਕਾ ਹੋਇਆ ਉਹ ਬੁੱਢੀ ਮਾਈ ਆਪਦੇ ਮਰੇ ਹੋਏ ਪੁੱਤਰ ਨੂੰ ਲੈ ਮਹਾਰਾਜ ਪਾਸ ਆ ਗਈ ਹੈ। ਉਠ ਸਤਿਗੁਰ ਤਿਹ ਚਰਨ ਲਗਾਇਓ, ਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਧਰਤੀ ਤੇ ਰੱਖ ਦਿੱਤਾ ਮਾਈ ਨੇ ਮਰਿਆ ਪੁੱਤਰ। ਔਰ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਸਿੰਘਾਸਣ ਤੋਂ ਉੱਠੇ ਹੈ। ਸਜੇ ਦੀ ਬਾਣ ਵਿੱਚ ਸਤਿਗੁਰਾਂ ਨੇ ਉਹ ਮਾਈ ਦੇ ਮਰੇ ਪੁੱਤਰ ਨੂੰ ਪੈਰ ਲਾਇਆ, ਆਪਣਾ ਚਰਨ ਛੁਹਾਇਆ ਹੈ। ਦੂਰਨ ਬਾਲਕ ਤਬਹਿ ਜਿਵਾਇਓ, ਤੇ ਗੁਰੂ ਗਰੀਬ ਨਿਵਾਜ ਦੇ ਚਰਨ ਛੂਹਣ ਦੇ ਨਾਲ ਉਹ ਮਰਿਆ ਮਾਈ ਦਾ ਪੁੱਤਰ ਬੜੀ ਜਲਦੀ ਨਾਲ ਉੱਠਿਆ ਹੈ, ਜਲਦੀ ਨਾਲ ਹੋਸ਼ ਵਿੱਚ ਆਇਆ ਹੈ। ਪੁਨ ਗੁਰ ਤੇਇਆ ਤਾਪ ਹਕਾਰਿਓ, ਤੇ ਪੁਨ੍ਹਾ ਫਿਰ ਮਹਾਰਾਜ ਨੇ ਆਪਦੀ ਸ਼ਕਤੀ ਦੇ ਨਾਲ ਜਿਹੜਾ ਤੇਈਆ ਤਾਪ ਚੜਿਆ ਸੀ ਇਹ ਬੱਚੇ ਦੇ ਮਰਨ ਦਾ ਕਾਰਨ ਬਣਿਆ, ਉਹ ਤੇਈਏ ਤਾਪ ਨੂੰ ਮਹਾਰਾਜ ਨੇ ਆਪਣੇ ਪਾਸ ਸੱਦਿਆ ਹੈ। ਜਿਸ ਕੋ ਬਾਲਕ ਸਮ ਤਨ ਧਾਰਿਓ, ਉਹ ਤੇਈਏ ਤਾਪ ਨੇ ਕਹਿੰਦੇ ਬੱਚੇ ਵਾਂਗੂ, ਜਿਵੇਂ ਕੋਈ 5-7 ਸਾਲ ਦਾ ਬੱਚਾ ਨਿਆਣਾ ਹੁੰਦਾ, ਤੇਈਏ ਤਾਪ ਨੇ ਉਹ ਨਿਆਣੇ ਵਾਂਗੂ ਸਰੀਰ ਧਾਰਿਆ ਹੋਇਆ ਬੱਚੇ ਰੂਪ ਵਿੱਚ ਆਇਆ ਹੈ। ਚਰਨ ਜੰਜੀਰ ਡਾਰ ਕਰ ਦੀਨ, ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਤੇਈਏ ਤਾਪ ਦੇ ਪੈਰਾਂ ਨੂੰ ਸੰਗਲ ਮਰਵਾ ਦਿੱਤੇ ਆ। ਗਰ ਮਹਿ ਤਾਕ ਪਾਏ ਬੋਕੀਨ, ਮਹਾਰਾਜ ਨੇ ਗਲ ਵਿੱਚ ਵੀ ਉਹ ਕੜਾ ਪਵਾ ਕੇ ਤੇ ਬੇੜੀ ਪਾ ਦਿੱਤੀ ਹੈ। ਜੁਗ ਹੱਥਨ ਮਹਿ ਢਾਰ ਹਥੌਰੀ, ਤੇ ਦੋਵਾਂ ਹੱਥਾਂ ਵਿੱਚ ਤੇਈਏ ਤਾਪ ਬੱਚੇ ਦੇ ਹੱਥ ਕੜੀਆਂ, ਸਤਿਗੁਰਾਂ ਨੇ ਪੈਰਾਂ ਨੂੰ ਸੰਗਲ ਗਲ ਵਿੱਚ ਵੀ ਉਹ ਕੜਾ ਜਿਹਾ ਪਾ ਦਿੱਤਾ, ਚੰਗੀ ਤਰ੍ਹਾਂ ਇਹਨੂੰ ਨੂੜ ਦਿੱਤਾ ਹੈ। ਲਾਹ ਪਿੰਜਰੇ ਮਹਿਤ ਸਠੌਰੀ, ਮਹਾਰਾਜ ਕਹਿੰਦੇ ਇਹਨੂੰ ਪਾਓ, ਸੁੱਟੋ ਪਿੰਜਰੇ ਦੇ ਵਿੱਚ। ਉਹ ਪਿੰਜਰਾ ਬਣਾ ਕੇ ਤੇ ਸਿੱਖਾਂ ਨੇ ਤੇਈਏ ਤਾਪ ਨੂੰ ਜਾ ਪਿੰਜਰੇ ਵਿੱਚ ਸੁੱਟਿਆ ਹੈ। ਪਾਏ ਵਿੱਚ ਨਿਜ ਪਾਰ ਟਿਕਾਇਓ, ਤੇ ਮਹਾਰਾਜ ਨੇ ਪਿੰਜਰੇ ਵਿੱਚ ਪਵਾ ਕੇ ਨਾ ਤੇਈਏ ਤਾਪ ਨੂੰ ਤੇ ਆਪਦੇ ਜਿੱਥੇ ਚੁਬਾਰਾ ਸਾਹਿਬ ਦਾ ਸਥਾਨ ਉਹਦੇ ਥੱਲੇ ਰਖਵਾ ਦਿੱਤਾ ਦਰਵਾਜ਼ੇ ਵਿੱਚ। ਉਹ ਪਿੰਜਰੇ ਵਿੱਚ ਪਾ ਕੇ ਕੈਦ ਕਰਕੇ ਇਸ ਤੇਈਏ ਤਾਪ ਨੂੰ ਹਜ਼ੂਰ ਨੇ ਦਰਵਾਜ਼ੇ ਵਿੱਚ ਰੱਖ ਦਿੱਤਾ ਹੈ। ਪਾਏ ਵਿੱਚ ਨਿਜ ਪਾਰ ਟਿਕਾਇਓ, ਆਪਣੇ ਦਰਵਾਜ਼ੇ ਵਿੱਚ ਮਹਾਰਾਜ ਨੇ ਰਖਵਾ ਲਿਆ ਹੈ। ਕਹਿਓ ਗੁਰੂ ਇਨ ਤਰਾਸ ਨ ਪਾਇਓ, ਤੇ ਗੁਰੂ ਅਮਰਦਾਸ ਮਹਾਰਾਜ ਜੀ ਬੋਲੇ ਆ, ਕਹਿੰਦੇ ਇਹਨੂੰ ਕੈਦ ਕੀਤਾ ਤਾਂ ਵੀ ਇਹਨੇ ਡਰ ਨਹੀਂ ਪਾਇਆ ਸਾਡਾ, ਇਹਨੂੰ ਸਾਥੋਂ ਜਾਂ ਇਹ ਗੁਰੂ ਦਰਬਾਰ ਤੋਂ ਭੈ ਨਹੀਂ ਲੱਗਾ ਹੈ, ਬੜਾ ਨਿਡਰ ਹੈ। ਆਨ ਅਵਗਿਆ ਪੁਰ ਮਹਿ ਕੀਨ, ਇਹਨੇ ਸਾਡੇ ਹੁਕਮ ਦੀ ਅਵਗਿਆ ਕੀਤੀ ਹੈ। ਪਿੰਡ ਪੁਰੀ ਵਿੱਚ ਗੋਇੰਦਵਾਲ ਸਾਹਿਬ ਕਿਹਨੂੰ ਪੁੱਛ ਕੇ ਆਇਆ ਹੈ। ਵਿਧਵਾ ਕੋ ਬਾਲਕ ਹੱਥ ਦੀਨ, ਤੇ ਦੂਜੀ ਗੱਲ, ਇਹਨੇ ਇੱਕ ਬਜ਼ੁਰਗ ਮਾਈ ਜਿਹਦੇ ਸਿਰ ਦਾ ਸਹਾਰਾ ਪਤੀ ਪਹਿਲਾਂ ਹੀ ਨਹੀਂ ਹੈ, ਉਹ ਵਿਧਵਾ ਮਾਈ ਦਾ ਪੁੱਤਰ ਨੌਜਵਾਨ ਮਾਰ ਸੁੱਟਿਆ ਹੈ। ਹਮਰੋ ਕਰਿਓ ਪ੍ਰਣ ਮਹਿ ਜਾਣਿਓ, ਕਹਿੰਦੇ ਮੂਰਖ ਤਾਪ ਨੇ ਸਾਡਾ ਕੀਤਾ ਹੋਇਆ ਪ੍ਰਣ ਨਹੀਂ ਜਾਣਿਆ। ਸਾਡਾ ਕੀਤਾ ਹੋਇਆ ਜਿਹੜਾ ਪ੍ਰਣ ਵੀ ਮਹਾਰਾਜ ਜੀਆਂ ਨੇ ਇਹ ਪ੍ਰਣ ਕੀਤਾ ਸੀ ਨਾ ਗੁਰੂ ਅਮਰਦਾਸ ਜੀਆਂ ਵੀ, ਜਿੰਨਾ ਚਿਰ ਅਸੀਂ ਗੋਇੰਦਵਾਲ ਸਾਹਿਬ ਹਾਂ ਉਹਨਾਂ ਸਮਾਂ ਮਾਪਿਆਂ ਦੇ ਹੁੰਦਿਆਂ ਕਿਸੇ ਦਾ ਪੁੱਤਰ ਨਹੀਂ ਚੜ੍ਹਾਈ ਕਰੇਗਾ। ਤੋ ਸਾਡੇ ਜਿੰਨਾ ਸਮਾਂ ਅਸੀਂ ਇੱਥੇ ਹਾਂ, ਕਿਸੇ ਮਾਈ ਬਾਪ ਦੇ ਹੁੰਦੇ ਉਹਦਾ ਜਿਉਂਦਾ ਉਹਨਾਂ ਦੇ ਜਿਉਂਦਿਆਂ ਪੁੱਤਰ ਨਾ ਚੜ੍ਹਾਈ ਕਰੇ। ਜਾਂ ਇਉਂ ਵੀ ਕਹਿੰਦੇ ਮਹਾਰਾਜ ਨੇ ਇਹ ਪ੍ਰਣ ਕੀਤਾ ਸੀ ਵੀ ਕੋਈ ਵੀ ਗੋਇੰਦਵਾਲ ਸਾਹਿਬ ਜਿੰਨਾ ਸਮਾਂ ਅਸੀਂ ਹਾਂ ਬੈਠੇ ਇੱਥੇ ਸਰੀਰ ਕਰਕੇ, ਕੋਈ ਵੀ ਨਰ ਪ੍ਰਾਣੀ ਚੜ੍ਹਾਈ ਨਹੀਂ ਕਰੇਗਾ। ਤੋ ਮਹਾਰਾਜ ਕਹਿੰਦੇ ਪਰ ਇਹ ਮੂਰਖ ਤੇਈਏ ਤਾਪ ਨੇ ਸਾਡਾ ਕੀਤਾ ਹੋਇਆ ਪ੍ਰਣ ਜਾਣਿਆ ਨਹੀਂ, ਅਵਗਿਆ ਕੀਤੀ, ਸਾਡਾ ਪ੍ਰਣ ਤੋੜਿਆ ਹੈ, ਮਾਈ ਦਾ ਪੁੱਤ ਮਾਰਿਆ। ਮਾਤਾ ਹੈ ਪਿਤਾ ਹੈ ਪਿਖਤ ਸੁਤਹਾਨਿਓ, ਵੀ ਅਸੀਂ ਜਿਹੜਾ ਪ੍ਰਣ ਕੀਤਾ ਸੀ ਵੀ ਮਾਂ ਬਾਪ ਦੇ ਹੁੰਦਿਆਂ ਹੋਇਆਂ ਕਿਸੇ ਦਾ ਪੁੱਤ ਨਹੀਂ ਮਰੇਗਾ, ਨੌਜਵਾਨ ਨਾ ਨੌਜਵਾਨ ਧੀ ਮਰੇ, ਮਾਂ ਬਾਪ ਦੇ ਹੁੰਦਿਆਂ ਔਲਾਦ ਨਹੀਂ ਮਰੇਗੀ। ਤੋ ਇਹਨੇ ਸਾਡੇ ਇਸ ਪ੍ਰਣ ਦੀ ਅਵਗਿਆ ਕੀਤੀ ਹੈ। ਏਕ ਰੋਗ ਕੋ ਹੋਏ ਸਜਾਏ, ਇਹ ਜਿਹੜਾ ਇਹਨੇ ਕੀਤਾ ਨਾ ਆਰੋਪ, ਉਹ ਇਹਦੀ ਸਜ਼ਾ ਇਹਨੂੰ ਜ਼ਰੂਰ ਮਿਲੇਗੀ। ਜੋ ਵੀ ਇਸਨੇ ਕੀਤਾ ਇਹਦੀ ਸਜ਼ਾ ਇਹਨੂੰ ਜ਼ਰੂਰ ਮਿਲਣੀ ਚਾਹੀਦੀ ਹੈ। ਪੁਨ ਹਮਾਰੇ ਪਰ ਕੋ ਕੋਈ ਨਾ ਆਏ, ਇੱਕ ਤਾਂ ਰੋਗ ਦਿੱਤਾ, ਰੋਗ ਹੈ ਇਹ ਤੇਈਆ ਤਾਪ, ਰੋਗ ਹੋ ਕਰਕੇ ਇੱਥੇ ਸਾਡੇ ਪੁਰੀ ਵਿੱਚ ਆਇਆ ਗੋਇੰਦਵਾਲ ਸਾਹਿਬ, ਤੇ ਹਮਰੇ ਪਰ ਕੋਈ ਨਾ ਆਏ। ਤੋ ਇਹਨੂੰ ਇਹੋ ਜਿਹੀ ਸਜ਼ਾ ਦੇਵਾਂਗੇ ਵੀ ਗਾਂ ਇਸ ਤੋਂ ਇਲਾਵਾ ਵੀ ਹੋਰ ਕਿਸੇ ਤਰ੍ਹਾਂ ਦੀ ਵੀ ਜਿਹੜੀ ਬਿਮਾਰੀ ਹੈ
ਉਹ ਇਸ ਗੋਇੰਦਵਾਲ ਸ਼ਹਿਰ ਵਿੱਚ ਨਹੀਂ ਆਵੇਗੀ। ਰਹਿ ਪਿੰਜਰੇ ਮਹਿ ਇਹੋ ਪਰਿਓ ਰਹਿਣ ਦੋ ਇਹਨੂੰ ਪਿੰਜਰੇ ਵਿੱਚ ਪਾਇਆ ਹੋਇਆ। ਮਹਾਰਾਜ ਜੀ ਕਹਿੰਦੇ ਇਹਨੂੰ ਇੱਥੇ ਸੁੱਟਿਆ ਰਹਿਣ ਦਿਓ ਪਿੰਜਰੇ ਦੇ ਵਿੱਚ, ਇਹੀ ਇਹਦੀ ਸਜ਼ਾ ਹੈ। ਗੋਇੰਦਵਾਲ ਨਿਡਰ ਹੋਏ ਬਰਿਓ ਕਿਉਂਕਿ ਸਾਡੇ ਡਰ ਤੋਂ ਬਿਨਾਂ ਹੋ ਕਰਕੇ ਗੋਇੰਦਵਾਲ ਸਾਹਿਬ ਵਿੱਚ ਵੜਿਆ ਫਿਰਦਾ ਹੈ। ਇਮ ਕਹੇ ਆਪਣੇ ਪਾਰ ਰਖਾਇਓ ਇਹ ਕਹਿ ਕੇ ਬਚਨ ਗੁਰੂ ਅਮਰਦਾਸ ਜੀਆਂ ਤਈਏ ਤਾਪ ਨੂੰ ਆਪਣੇ ਦਰਵਾਜ਼ੇ ਵਿੱਚ ਰਖਵਾ ਲਿਆ ਹੈ। ਕੇਤ ਕਮਾਸਣ ਸਮਾ ਬਿਤਾਇਓ ਕੁਝ ਕੁ ਮਹੀਨੇ ਸਾਧ ਸੰਗ ਦੀ ਇਹ ਜਿਹੜਾ ਤਈਆ ਤਾਪ ਪਿੰਜਰੇ ਵਿੱਚ ਕੈਦ ਗੁਰੂ ਦੇ ਦਰਬਾਰ ਅੱਗੇ ਮਹਾਰਾਜ ਦੇ ਚਰਨਾਂ ਵਾਲੇ ਪਾਸੇ ਪਿੰਜਰੇ ਵਿੱਚ ਪਾਇਆ ਹੋਇਆ ਪਿਆ ਰਿਹਾ। ਕੁਝ ਕੁ ਮਹੀਨੇ ਨੂੰ ਇਸੇ ਤਰ੍ਹਾਂ ਹੀ ਦੁੱਖ ਵਿੱਚ ਬਤੀਤ ਹੋਏ ਆ। ਗੁਰ ਬਚ ਸੰਗਲ ਸੰਗ ਰਹਿਓ ਹੈ। ਗੁਰੂ ਜੀ ਨੇ ਇਹਨੂੰ ਸੰਗਲਾਂ ਨਾਲ ਬੰਨ੍ਹ ਕਰਕੇ ਤੇ ਇੱਥੇ ਰੱਖਿਆ ਹੋਇਆ, ਬੜਾ ਦੁਖੀ ਹੁੰਦਾ ਹੈ। ਸ਼ੁੱਧਤ ਅਧਿਕ ਨਾ ਆਹਾਰ ਲਹਿਓ ਹੈ। ਮਹਾਰਾਜ ਨੇ ਖਾਣ ਨੂੰ ਕੁਝ ਦਿੱਤਾ ਨਾ, ਐਨ ਸੁੱਕ ਗਿਆ ਹੈ, ਭੁੱਖ ਦੇ ਨਾਲ ਬੜਾ ਦੁਖੀ ਹੁੰਦਾ ਹੈ। ਦੁਰਬਲ ਅੰਗ ਹੋਏ ਬਹ ਗਇਓ ਇੱਕ ਉਮਰ ਨਿਆਣਿਆਂ ਵਰਗੀ ਬੱਚਾ ਰੂਪ ਸੀ ਇਹਦਾ, ਤੇ ਜਿਵੇਂ ਕੋਈ ਬੱਚਾ ਬੜਾ ਕਮਜ਼ੋਰ ਹੋ ਜਾਂਦਾ, ਐਨ ਹੱਡ ਨਿਕਲੇ ਹੋਏ ਤੇ ਬਹੁਤ ਕਮਜ਼ੋਰਾ ਜਿਹਾ ਬਣਿਆ ਹੈ। ਗੁਰ ਸਿੱਖਨ ਕੋ ਬੰਦਤ ਭਇਓ ਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਸੰਗਤਾਂ ਆਉਂਦੀਆਂ, ਇਹ ਡਰਦਾ ਹੋਇਆ ਹੁਣ ਸਿੱਖਾਂ ਨੂੰ ਮੱਥੇ ਟੇਕਦਾ, ਸਲਾਮਾਂ ਕਰਦਾ ਹੈ, ਲੰਘਦੇ ਟੱਪਦੇ ਸਿੱਖਾਂ ਨੂੰ ਹੱਥ ਜੋੜਦਾ, ਨਮਸਕਾਰਾਂ ਕਰਦਾ ਹੈ। ਕੋ ਆਵਹਿ ਐਸੋ ਉਪਕਾਰੀ ਤੇ ਇਹਨੂੰ ਇਹ ਹੈ ਵੀ ਖਰੇ ਸੰਗਤਾਂ ਵਿੱਚ ਕੋਈ ਇਹੋ ਜਿਹਾ ਪਰਉਪਕਾਰ ਕਰਨ ਵਾਲਾ ਸਿੱਖ ਆ ਜਾਵੇਗਾ, ਮੋਹਿ ਮਚਾਵਹਿ ਕਰਨਾ ਧਾਰੀ ਤੇ ਮੇਰੇ ਤੇ ਕਿਰਪਾ ਕਰੇਗਾ ਉਹ ਸਿੱਖ ਤੇ ਮੈਨੂੰ ਬਚਾ ਲਵੇਗਾ ਗੁਰੂ ਅਮਰਦਾਸ ਮਹਾਰਾਜ ਤੋਂ। ਵੀ ਕਿਉਂਕਿ ਮਹਾਰਾਜ ਸਿੱਖਾਂ ਦਾ ਕਹਿਣਾ ਨਹੀਂ ਮੋੜਦੇ, ਵੀ ਖੌਰੇ ਸਿੱਖਾਂ ਵਿੱਚ ਕੋਈ ਪਰਉਪਕਾਰੀ ਆਵੇ ਤੇ ਮੈਨੂੰ ਇਸ ਕੈਦ ਵਿੱਚੋਂ ਮਹਾਰਾਜ ਨੂੰ ਕਹਿ ਕੇ ਬੇਨਤੀ ਕਰਕੇ ਇਥੋਂ ਛੁਡਵਾ ਕੇ ਲੈ ਜਾਵੇਗਾ। ਨਿਕਟ ਕਦੀਮੀ ਸੇਵਕ ਜੋਏ ਤੇ ਜਿਹੜੇ ਗੁਰੂ ਅਮਰਦਾਸ ਮਹਾਰਾਜ ਦੇ ਨਿਕਟ ਵਰਤੀ ਹਨ, ਪ੍ਰੇਮੀ ਸਿੱਖ ਹਨ, ਲਖ ਹੈ ਦੁਖਦ ਹੱਥ ਹਿਤ ਕਹਿ ਨ ਸੋਏ। ਉਹ ਵੇਖਦੇ ਆ ਇਹਨੂੰ ਪਿੰਜਰੇ ਵਿੱਚ ਪਾਏ ਹੋਏ ਨੂੰ, ਪਰ ਉਹ ਮਹਾਰਾਜ ਨੂੰ ਕਹਿੰਦੇ ਨਹੀਂ। ਉਹ ਜਾਣਦੇ ਆ ਵੀ ਇਹ ਬਹੁਤ ਬੜਾ ਵੱਡੀ ਹੈ, ਤਈਆ ਤਾਪ ਜੀ ਨੂੰ ਚੜ੍ਹਦਾ ਬੜਾ ਦੁੱਖ ਦਿੰਦਾ। ਕਿਸੇ ਨੇ ਵੀ ਇਹ ਬਾਲਕ ਤਈਏ ਤਾਪ ਦੀ ਗੁਰੂ ਅਮਰਦਾਸ ਜੀ ਮਹਾਰਾਜ ਤੱਕ ਫਰਿਆਦ ਨਹੀਂ ਕੀਤੀ ਆ। ਡੱਲੇ ਗ੍ਰਾਮ ਬਿਖੈ ਸਿੱਖ ਜੇਈ ਉਹਨੇ ਨੂੰ ਸਾਧ ਸੰਗਤ ਜੀ ਜਿਹੜਾ ਸੁਲਤਾਨਪੁਰ ਸਾਹਿਬ ਦੇ ਲਾਗੇ ਡੱਲਾ ਨਗਰ ਹੈ, ਇਥੋਂ ਦੀ ਬੜੀ ਕਾਫੀ ਸੰਗਤ ਸਿੱਖ ਸੰਗਤਾਂ ਆਈਆਂ ਦਰਸ਼ਨਾਂ ਨੂੰ। ਗੁਰ ਦਰਸ਼ਨ ਹਿਤ ਆਏ ਸੇਈ ਹਿਰਦੇ ਵਿੱਚ ਦਰਸ਼ਨਾਂ ਦੀ ਪਿਆਸਾ ਪ੍ਰੇਮ ਰੱਖ ਕੇ ਡੱਲੇ ਨਗਰ ਦੀਆਂ ਸੰਗਤਾਂ, ਇਹ ਡੱਲਾ ਨਿਵਾਸੀ ਸੰਗਤਾਂ ਗੋਇੰਦਵਾਲ ਆਏ ਹੈ। ਅਰਪ ਅਕੋਰ ਅਨੇਕ ਪ੍ਰਕਾਰਾ ਤੇ ਮਹਾਰਾਜ ਦੇ ਦਰਸ਼ਨਾਂ ਦੀਆਂ ਬੇਅੰਤ ਪ੍ਰਕਾਰ ਦੀਆਂ ਭੇਟਾਵਾਂ ਮਹਾਰਾਜ ਦੇ ਚਰਨੀ ਭੇਂਟ ਕੀਤੀਆਂ ਹਨ। ਸ਼੍ਰੀ ਸਤਿਗੁਰ ਮੁਖ ਕਮਲ ਨਿਹਾਰਾ ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਮੁਖਾਰ ਬਿੰਦ ਵੱਲ ਤੱਕਿਆ, ਦਰਸ਼ਨ ਕੀਤੇ ਹੈ। ਕਰ ਕਰ ਬੰਧਨ ਬੈਠਨ ਜੀ ਕਾ ਤੇ ਡੱਲਾ ਨਿਵਾਸੀ ਸੰਗਤਾਂ ਮਹਾਰਾਜ ਨੂੰ ਨਮਸਕਾਰਾਂ ਕਰਦੇ ਆ, ਮੱਥੇ ਟੇਕ ਟੇਕ ਕੇ ਤੇ ਮਹਾਰਾਜ ਦੀ ਸੰਗਤ ਵਿੱਚ ਬਹਿੰਦੇ ਜਾਂਦੇ ਆ। ਬੋਲੇ ਗੁਰੂ ਗਿਰਾ ਰਮਣੀਕਾ ਤੇ ਗੁਰੂ ਅਮਰਦਾਸ ਜੀ ਮਹਾਰਾਜ ਸੁੰਦਰ ਬਚਨ ਕਰ ਰਹੇ ਸੰਗਤਾਂ ਨਾਲ। ਕੁਸ਼ਲ ਆਨੰਦ ਸਭਨ ਮਹਿ ਆਹੋ ਤੇ ਮਹਾਰਾਜ ਪੁੱਛਦੇ ਆ ਵੀ ਸਾਰੇ ਖੁਸ਼ ਹੋ, ਘਰ ਪਰਿਵਾਰ ਸਾਰਿਆਂ ਦੇ ਸੁੱਖ ਸਾਂਦ ਹੈ, ਹੋਰ ਡੱਲੇ ਨਿਵਾਸੀ ਦੂਜੀਆਂ ਸੰਗਤਾਂ ਦਾ ਕੀ ਹਾਲ ਹੈ। ਇਉਂ ਡੱਲਾ ਨਿਵਾਸੀ ਸੰਗਤਾਂ ਤੋਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਰਾਜੀ ਖੁਸ਼ੀ ਪੁੱਛੀ ਹੈ। ਮੇਰਾ ਸਭ ਸੰਗਤ ਕੋ ਰਸ ਲਹੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਸਾਰੇ ਮਿਲ ਕੇ ਅਸੀਂ ਤੇ ਸੰਗਤ ਦਾ ਰਸ ਲੈਨੇ ਆ, ਅਸੀਂ ਬਹੁਤ ਖੁਸ਼ ਹਾਂ ਸੱਚੇ ਪਾਤਸ਼ਾਹ ਜੀ, ਤੁਹਾਡੀ ਦਇਆ ਹੈ। ਡੱਲੇ ਮਹਿ ਸਿੱਖ ਸੇਵਕ ਮੇਰੇ ਮਹਾਰਾਜ ਕਹਿੰਦੇ ਜਿੰਨੇ ਡੱਲੇ ਨਗਰ ਵਿੱਚ ਸਾਡੇ ਸਿੱਖ ਸੇਵਕ ਹਨ, ਪਾਰੋ ਲਾਲੋ ਆਦ ਵਡੇਰੇ ਭਾਈ ਪਾਰੋ ਜੀ, ਭਾਈ ਲਾਲੋ ਜੀ, ਹੋਰ ਵੱਡੇ ਜਿਹੜੇ ਸਿੱਖ ਹਨ, ਨਿਤ ਪ੍ਰਤਮੋ ਕਹ ਤਿਸ਼ੈ ਪਿਆਰੇ। ਤੇ ਮਹਾਰਾਜ ਕਹਿੰਦੇ ਸਾਧ ਸੰਗਤ ਜੀ ਭਾਈ ਲਾਲੋ ਵਰਗੇ, ਭਾਈ ਲਾਲੂ ਜਾਂ ਭਾਈ ਪਾਰੋ ਜੁਲਕਾ ਜੀ ਵਰਗੇ, ਇਹ ਇਹੋ ਜਿਹੇ ਭਾਈ ਮਹੇਸ਼ੇ ਵਰਗੇ ਸਿੱਖ ਜਿਹੜੇ ਆ ਸਾਨੂੰ ਨਿਤਾ ਪ੍ਰਤੀ ਬੜੇ ਚੰਗੇ ਲੱਗਦੇ ਆ, ਸਾਨੂੰ ਬਹੁਤ ਪਿਆਰੇ ਹਨ। ਜਿਨ ਮਿਲਬੋ ਨਰ ਔਰਨ ਉਧਾਰੇ ਜਿਨ੍ਹਾਂ ਦੀ ਸੰਗਤ ਕਰਕੇ ਹੋਰ ਵੀ ਕਿੰਨੇ ਪ੍ਰਾਣੀਆਂ ਦਾ ਉਧਾਰ ਹੋਇਆ, ਕਿੰਨੇ ਜੀਵ ਤਰੇ ਹਨ। ਸੁਣ ਲਾਲੋ ਕਰ ਜੋਰ ਬਖਾਨੀ ਇਉਂ ਮਹਾਰਾਜ ਨੇ ਬਚਨ ਬਲਾਸ ਕੀਤੇ ਆ
ਭਾਈ ਲਾਲੂ ਜੀ ਵੀ ਆਏ ਹੋਏ ਆ, ਡੱਲਾ ਨਿਵਾਸੀ। ਇਹਨਾਂ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ ਹੱਥ ਜੋੜ ਕੇ ਬਖਸ਼ਹ ਆਪਣੀ ਸੰਗਤ ਜਾਨੀ। ਕਿ ਮਹਾਰਾਜ ਸਾਨੂੰ ਆਪ ਦੀ ਸੰਗਤ ਜਾਣ ਕੇ ਸਾਡੇ ਤੇ ਮਿਹਰ ਕਰੀ ਰੱਖੋ, ਸਾਨੂੰ ਬਖਸ਼ੀ ਰੱਖੋ। ਜੋ ਕਿਛ ਹੈ ਪ੍ਰਤਾਪ ਤੁਮਾਰਾ। ਕਿਉਂਕਿ ਮਹਾਰਾਜ ਸਾਡੇ ਪਾਸ ਜੋ ਵੀ ਹੈ ਉਹ ਸਾਰਾ ਤੁਹਾਡਾ ਪ੍ਰਤਾਪ ਤੇ ਤੁਹਾਡਾ ਤੇਜ ਪ੍ਰਤਾਪ ਤੁਹਾਡਾ ਦਿੱਤਾ ਹੋਇਆ ਹੈ। ਹਮ ਸਮ ਬਪਰੇ ਕਹਾਂ ਵਿਚਾਰਾ। ਤੇ ਮਹਾਰਾਜ ਅਸੀਂ ਬਪੜੇ ਨਿਮਾਣਿਆਂ ਦੇ ਅਨੁਸਾਰ ਜਾਂ ਅਸੀਂ ਮਹਾਰਾਜ ਬਪੜੇ ਕੌਣ ਆ, ਤੁੱਛ ਕੀ ਮਹਾਰਾਜ ਜਾਣ ਸਕਦੇ ਹਾਂ। ਇਤੇ ਆਦਿਕ ਬਚ ਸੁਨ ਅਰ ਕਹਿ ਕੇ। ਇਹ ਤਾਂ ਮਹਾਰਾਜ ਤੁਹਾਡੀ ਵਡਿਆਈ ਹੈ ਵੀ ਸਾਨੂੰ ਯਾਦ ਰੱਖਦੇ ਹੋ। ਤੋ ਇਹ ਬਚਨ ਭਾਈ ਲਾਲੂ ਜੀਆਂ ਬੇਨਤੀ ਵਿੱਚ ਪਾ ਗੁਰੂ ਅਮਰਦਾਸ ਜੀ ਪਾਤਸ਼ਾਹ ਨੂੰ ਆਖ ਕੇ ਇੱਕ ਦੋਏ ਦਿਵਸ ਬਿਤਾਏ ਰਹਿ ਤੇ ਕੈ। 2-4 ਦਿਨ ਸੰਗਤਾਂ ਸਾਧ ਸੰਗਤ ਜੀ ਡੱਲੇ ਨਿਵਾਸੀ ਇਹ ਸੰਗਤਾਂ ਸਾਰਾ ਨਗਰ ਦੀਆਂ 2-4 ਦਿਨ ਇੱਥੇ ਗੋਇੰਦਵਾਲ ਸਾਹਿਬ ਠਹਿਰ ਗਏ ਆ। ਆਵਤ ਜਾਤ ਬਿੰਜਰਾ ਹੇਰਾ। ਤੇ ਸੁਬਾਹ ਸ਼ਾਮ ਜਦੋਂ ਕੋਠਾ ਸਾਹਿਬ ਦੇ ਸਥਾਨ ਤੇ ਮਹਾਰਾਜ ਦੇ ਦਰਸ਼ਨ ਕਰਨ ਆਉਂਦੀ ਸੰਗਤ, ਡੱਲੇ ਨਿਵਾਸੀ ਜਾਂ ਹੋਰ ਵੀ ਸੰਗਤਾਂ, ਸਾਰੇ ਸਿੱਖ ਆਉਂਦਿਆਂ ਜਾਂਦਿਆਂ ਪਿੰਜਰਾ ਵੇਖਦੇ ਆ। ਇਹ ਕਿਉਂਕਿ ਤਈਆ ਤਾਬ ਦਰਵਾਜ਼ੇ 'ਚ ਹੀ ਮਹਾਰਾਜ ਨੇ ਪਾ ਕੇ ਕੈਦ ਕਰਕੇ ਰੱਖਿਆ ਹੋਇਆ ਸੀ। ਸਾਰੇ ਆਉਂਦਿਆਂ ਜਾਂਦਿਆਂ ਬਾਲਕ ਨਿਆਣੇ ਨੂੰ ਵੇਖਦੇ ਆ। ਬਾਲਕ ਦੁਰਬਲ ਬੀਚ ਬਡੇਰਾ। ਇਹ ਕਹਿੰਦੇ ਆ ਕਿ ਆ ਬੜਾ ਵੱਡਾ ਉਹ ਬੱਚਾ ਜਿਹੜਾ ਨਾ ਬੜਾ ਵੱਡਾ ਕਮਜ਼ੋਰ ਹੋ ਰਿਹਾ ਹੈ, ਬੜਾ ਕਮਜ਼ੋਰਾ ਜਿਹਾ ਹੈ। ਦੇਖ ਗਨੀ ਕਰਨਾ ਮਨ ਤੇ ਆਈ। ਭਾਈ ਲਾਲੂ ਜੀ ਜਾਂ ਹੋਰ ਡੱਲਾ ਨਿਵਾਸੀ ਸੰਗਤਾਂ ਦੇ ਮਨ ਵਿੱਚ ਵੇਖ ਕੇ ਤੇ ਬੜੀ ਦਇਆ ਆ ਗਈ ਇਹ ਬੱਚੇ ਉੱਪਰ। ਸਤਿਗੁਰ ਕੇ ਟਿਕ ਜਾਏ ਸੁਨਾਈ। ਇਹਨਾਂ ਨੇ ਸਾਧ ਸੰਗਤ ਜੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸ ਬੇਨਤੀ ਕੀਤੀ ਹੈ। ਭਾਈ ਲਾਲੂ ਜੀ ਤੋਂ ਆਦਿਕ ਡੱਲੇ ਵਾਲੀਆਂ ਸੰਗਤਾਂ ਨੇ ਮਹਾਰਾਜ ਇਸ ਕਰਹ ਅਖਲਾਸੀ। ਕਹਿੰਦੇ ਆ ਮਹਾਰਾਜ ਜਿਹੜਾ ਕਮਜ਼ੋਰਾ ਜਿਹਾ ਬੱਚਾ ਤੁਸੀਂ ਪਿੰਜਰੇ ਵਿੱਚ ਪਾਇਆ ਹੋਇਆ ਹੈ, ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਦੀ ਬੰਦ ਖਲਾਸੀ ਕਰ ਦਿਓ, ਇਹਨੂੰ ਛੁਟਕਾਰਾ ਦਿਓ, ਛੱਡ ਦੇਵੋ ਜੀ। ਦੁਰਬਲ ਅਧਿਕ ਹੈ ਦੁਖ ਰਾਸੀ। ਮਹਾਰਾਜ ਭੁੱਖ ਨਾਲ ਨਿਆਣਾ ਬੜਾ ਕਮਜ਼ੋਰ ਜਿਹਾ ਹੋ ਗਿਆ ਤੇ ਬੜੇ ਦੁੱਖ ਲੈ ਰਿਹਾ, ਬੜਾ ਔਖਾ ਪਿੰਜਰੇ ਵਿੱਚ। ਭਇਓ ਦੀਨ ਕਰ ਜੋਰ ਦਿਖਾਵੇ। ਤੇ ਮਹਾਰਾਜ ਵੇਖੋ ਨਾ ਦੋਵੇਂ ਹੱਥ ਜੋੜੀ ਜਾਂਦਾ ਸੰਗਤਾਂ ਨੂੰ, ਬੜਾ ਨਿਮਾਣਾ ਜਿਹਾ ਬਣਿਆ ਹੋਇਆ ਹੈ। ਛੂਟ ਬੇ ਕਾਰਨ ਬਿਨੈ ਸੁਨਾਵੇ। ਮਹਾਰਾਜ ਇਹ ਸਾਰੀਆਂ ਸੰਗਤਾਂ ਦੇ ਅੱਗੇ ਹੱਥ ਜੋੜਦਾ, ਸਲਾਮਾਂ ਕਰਦਾ, ਮੱਥੇ ਟੇਕਦਾ ਵੀ ਕਿਰਪਾ ਕਰਕੇ ਕੋਈ ਸਿੱਖ ਮੈਨੂੰ ਮਹਾਰਾਜ ਤੋਂ ਛੁਡਾ ਦਿਓ। ਇਉਂ ਮਹਾਰਾਜ ਵੇਖੋ ਨਾ ਕਿਵੇਂ ਨਿਮਾਣਾ ਹੋ ਕੇ ਬੇਨਤੀਆਂ ਕਰ ਰਿਹਾ ਹੈ। ਤਬ ਸ਼੍ਰੀ ਅਮਰ ਕਹਿਓ ਛੁਟਵਾਓ। ਉਸ ਸਮੇਂ ਸਾਧ ਸੰਗਤ ਜੀ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਛਡਵਾਉਣਾ ਹੈ ਤੇ ਛਡਵਾ ਲਵੋ, ਸੰਗ ਆਪਣੇ ਲੈ ਕਰ ਜਾਓ। ਤੇ ਮਹਾਰਾਜ ਕਹਿੰਦੇ ਇੱਥੇ ਸੰਗਤ ਬਹੁਤ ਆਉਂਦੀ ਤੇ ਤੰਗ ਕਰੇਗਾ ਇਹ ਤਈਆ ਤਾਪ, ਤੇ ਤੁਸੀਂ ਜੇ ਲਿਜਾਣਾ ਹੀ ਆ ਨਾ, ਇਹਨੂੰ ਛਡਾਉਣਾ ਹੈ ਤੇ ਤੁਸੀਂ ਇਹਨੂੰ ਛਡਵਾ ਕੇ ਆਪਦੇ ਨਾਲ ਹੀ ਲੈ ਜਾਓ ਡੱਲੇ ਨੂੰ। ਹਮਾਰੀ ਦਿਸ਼ਾ ਬਹਰ ਨਹਿ ਆਵੇ। ਤੇ ਇਹਨੂੰ ਕਹਿ ਦਿਓ ਵੀ ਛੱਡ ਤਾਂ ਦਿੰਨੇ ਆ, ਵੀ ਫੇਰ ਇਧਰ ਗੋਇੰਦਵਾਲ ਸਾਹਿਬ ਵਾਲੇ ਮੂੰਹ ਨਾ ਕਰੇ, ਇਧਰ ਨਾ ਕਦੇ ਆ ਜਾਵੇ। ਮਿਲੀ ਸਜਾਏ ਥਿਰਿਓ ਪਛਤਾਵੇ। ਬਾਕੀ ਕੋਈ ਨਾ, ਜਿੰਨਾ ਕਿ ਇਹਨੇ ਕੰਮ ਕੀਤਾ ਸੀ, ਉਹ ਮਾਈ ਦਾ ਪੁੱਤਰ ਮਾਰਿਆ, ਓਨੀ ਕੋਈ ਤਈਏ ਤਾਪ ਨੂੰ ਸਜ਼ਾ ਮਿਲ ਚੁੱਕੀ, ਪਿੰਜਰੇ ਵਿੱਚ ਟਕਿਆ ਹੈ। ਇਮ ਆਗਿਆ ਸਤਿਗੁਰ ਕੀ ਲੀਨ। ਇਹ ਡੱਲੇ ਨਿਵਾਸੀ ਸੰਗਤਾਂ ਭਾਈ ਲਾਲੂ ਜੀ ਵਰਗਿਆਂ ਨੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਆਗਿਆ ਲੈ ਲਈ ਹੈ। ਆਏ ਖਲਾਸੀ ਤਤ ਛਿਨ ਕੀਨ। ਤੇ ਮਹਾਰਾਜ ਨੇ ਆਖਿਆ ਚਲੋ ਲੈ ਜਾਓ ਇਸ ਨੂੰ, ਜੇ ਤੁਸੀਂ ਇੱਥੇ ਨਾ ਛੱਡੋ, ਛੱਡ ਦਿੰਨੇ ਆ ਇਹਨੂੰ, ਨਾਲ ਲੈ ਜਾਓ। ਤੋ ਇਹ ਮਹਾਰਾਜ ਦੀ ਆਗਿਆ ਲੈ ਕੇ ਭਾਈ ਲਾਲੂ ਜੀ ਤੋਂ ਆਦਿਕ ਡੱਲੇ ਵਾਲੀਆਂ ਸੰਗਤਾਂ ਇਹਨਾਂ ਨੇ ਇਹ ਪਿੰਜਰਾ ਆਣ ਕੇ ਖੋਲ ਦਿੱਤਾ ਹੈ, ਇਹਨੂੰ ਛੱਡਿਆ ਹੈ। ਗੁਰ ਤੇ ਵਿਦਾ ਹੋਏ ਸਭ ਚਾਲੇ। ਤੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨੀ ਮੱਥੇ ਟੇਕੇ ਤੇ ਆਪਣੇ ਨਗਰ ਡੱਲੇ ਨੂੰ ਤੁਰ ਪਈਆਂ ਸੰਗਤਾਂ। ਤਿਸ ਬਾਲਕ ਕੋ ਲੀਨ ਸਨਾਲੇ। ਤੇ ਉਹ ਪਿੰਜਰਾ ਜੇ ਵਿੱਚ ਪਾ ਕੇ ਜਾਂ ਰੱਸੀ ਆਦਿਕ ਪਾ ਕੇ ਨਾ ਭਾਈ ਲਾਲੂ ਜੀ ਵਰਗਿਆਂ ਨੇ ਉਹ ਬਾਲਕ ਨੂੰ, ਤਈਏ ਤਾਪ ਬੱਚੇ ਨੂੰ ਆਪਦੇ ਨਾਲ ਹੀ ਲੈ ਲਿਆ ਹੈ। ਪਹੁੰਚੇ ਕਿਤੇ ਕੋਸ ਜਬ ਜਾਏ। ਤੇ ਗੋਇੰਦਵਾਲ ਸਾਹਿਬ ਤੋਂ ਤੁਰਦੇ ਹੋਏ ਸਾਰੇ ਡੱਲਾ ਨਿਵਾਸੀ ਕੁਝ ਕੁ ਜਦੋਂ ਅੱਗੇ ਗਏ ਐ। ਤਈਆ ਤਾਪ ਸ਼ੁੱਧ ਹਿਤ ਬਿਕਲਾਏ। ਇਹ ਨਿਆਣਾ ਜਿਹੜਾ ਬੱਚਾ ਤਈਆ ਇਹ ਕਾਫੀ ਸਮੇਂ ਤੋਂ ਭੁੱਖਾ ਸੀ। ਮਹਾਰਾਜ ਨੇ ਪਿੰਜਰੇ ਵਿੱਚ ਪਾ ਰੱਖਿਆ, ਕੁਝ ਖਾਣ ਨੂੰ ਦਿੱਤਾ ਨਾ।
ਜਿਸ ਕਰਕੇ ਬੜਾ ਦੁਖੀ ਜਿਹਾ ਹੋਣ ਲੱਗਿਆ, ਰੋਣ ਲੱਗਿਆ ਹੈ। ਲਾਲੋ ਸੰਗ ਕਹਿਓ ਕਰ ਜੋਰ, ਤੇ ਇਹਨੇ ਨਾ ਦੁਖੀ ਹੋ ਕੇ ਇਹ ਬੱਚੇ ਨੇ, ਤਈਏ ਤਾਪ ਨੇ, ਰੋਂਦੇ ਹੋਏ ਨੇ ਭਾਈ ਲਾਲੂ ਜੀ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਹੈ। ਬਾਹ ਚਲਵੇ ਕੋ ਨਹਿ ਮਮ ਜੋਰ, ਕਹਿੰਦਾ ਭਾਈ ਲਾਲੂ ਜੀ ਹੁਣ ਅੱਗੇ ਹੋਰ ਚੱਲਣ ਦਾ ਮੇਰੇ ਵਿੱਚ ਜ਼ੋਰ ਨਹੀਂ ਹੈ, ਹੋਰ ਨਹੀਂ ਮੈਂ ਅੱਗੇ ਜਾ ਸਕਦਾ ਹਾਂ। ਭੂਖ ਅਧਿਕ ਲਾਗੀ ਤਨ ਮੇਰੇ, ਕਿਉਂਕਿ ਇਹ ਭਾਈ ਲਾਲੂ ਜੀ ਮੈਨੂੰ ਬਹੁਤ ਹੀ ਡਾਢੀ ਭੁੱਖ ਹੋਣ ਲੱਗੀ, ਮੈਂ ਬਹੁਤ ਸਮੇਂ ਤੋਂ ਭੁੱਖਾ ਹਾਂ। ਬਿਨ ਆਹਾਰ ਦਿਨ ਬਿਤੇ ਥਿ ਬਿਤੇ ਕਨੇਰੇ, ਕਿਉਂਕਿ ਮੈਨੂੰ ਮਹਾਰਾਜ ਨੇ ਕਿੰਨੇ ਮਹੀਨੇ ਉਹ ਕੈਦ ਵਿੱਚ ਪਾ ਛੱਡਿਆ ਤੇ ਮੇਰੇ ਭੁੱਖੇ ਦੇ ਬੜੇ ਦਿਨ ਲੰਘ ਚੁੱਕੇ ਹਨ, ਬੜਾ ਔਖਾ, ਬੜੇ ਸਮੇਂ ਤੋਂ ਮੈਂ ਭੁੱਖ ਨਾਲ ਲੜ ਰਿਹਾ ਹਾਂ। ਦੇਹੁ ਆਗਿਆ ਮੈਂ ਅਬ ਤ੍ਰਿਪਤਾਵਾ, ਤੇ ਭਾਈ ਲਾਲੂ ਜੀ ਆਪ ਮਹਾਰਾਜ ਦੇ ਸਿੱਖ ਹੋ ਤੇ ਮੈਨੂੰ ਪਰਉਪਕਾਰ ਕੀਤਾ, ਛੁਡਾ ਕੇ ਲਿਆਂਦਾ, ਤੁਸੀਂ ਹੁਣ ਮੈਨੂੰ ਆਗਿਆ ਦਿਓ ਤੇ ਮੈਂ ਇੱਥੋਂ ਲਾਗਿਓ ਕੋਈ ਵੇਖ ਕੇ ਭੋਜਨ ਕਰ ਲਵਾਂ। ਤੁਮ ਪੁਨ ਤੂਰਨ ਤੁਮ ਸਾਥ ਸਿਧਾਵਾ, ਤੇ ਪੁਨः ਫਿਰ ਜਲਦੀ ਨਾਲ ਤੇਰੇ ਨਾਲ ਚਲਾ ਜਾਵਾਂਗਾ। ਮੈਨੂੰ ਇੱਕ ਵਾਰੀ ਤੁਸੀਂ ਇੱਥੋਂ ਮੈਨੂੰ ਕੁਝ ਛਕ ਲੈਣ ਦਿਓ, ਹੁਣ ਤੁਰਨ ਦੀ ਮੇਰੀ ਵਾਹ ਨਹੀਂ ਅੱਗੇ, ਤੇ ਛਕਾ ਕੇ ਕੁਝ ਮੈਂ ਭੋਜਨ ਤੇ ਫਿਰ ਆ ਜਾਵਾਂਗਾ ਤੇ ਤੁਹਾਡੇ ਨਾਲ ਮੈਂ ਤੁਹਾਡੇ ਪਿੰਡ ਚਲਾ ਜਾਵਾਂਗਾ। ਸੁਣ ਲਾਲੋ ਕਰ ਦਇਆ ਉਚਾਰੀ, ਸੁਣ ਕੇ ਭਾਈ ਲਾਲੂ ਜੀ ਹੁਣ ਦਿਆਲੂ ਸੀਗੇ, ਇਹਨਾਂ ਦਇਆ ਕੀਤੀ ਇਸ ਬੱਚੇ ਤੇ ਤਈਏ ਤਾਪ ਤੇ। ਆਗੇ ਚੱਲ ਹੈ ਗ੍ਰਾਮ ਮਝਾਰੀ, ਫਿਰ ਵੀ ਲਾਲੂ ਜੀ ਕਹਿੰਦੇ ਹੈ ਭਾਈ ਬੱਚੇ ਅੱਗੇ ਸਾਡਾ ਪਿੰਡ ਆ ਚੱਲਿਆ, ਬਸ ਇੱਥੋਂ ਲਾਗੇ ਹੀ ਹੈ ਸਾਡਾ ਨਗਰ। ਪਹਿਤ ਚੂਣ ਲੈ ਬਹੁਤ ਪਕਾਵੈ, ਉਥੇ ਤੈਨੂੰ ਮੈਦੇ ਵਿੱਚ ਪਾ ਕੇ ਜਾਂ ਹੋਰ ਸੋਹਣੇ ਮੰਨੀਆਂ ਆਟੇ ਦੀਆਂ ਪਕਾ ਕੇ ਸੋਹਣੇ ਫੁਲਕੇ ਪੂੜੇ ਆਦਿ ਤੈਨੂੰ ਛਕਾ ਦੇਵਾਂਗੇ। ਨਿੱਕੀ ਰੀਤ ਤੋਹੇ ਤ੍ਰਿਪਤਾਵੈ, ਉਥੇ ਚੰਗੀ ਤਰ੍ਹਾਂ ਕੱਢ ਲਵੀਂ ਕੁੱਖਾਂ, ਜਿੰਨਾ ਮਰਜੀ ਰੱਜ ਲਵੀਂ, ਸਾਰਾ ਕੁਝ ਸਾਡੇ ਘਰ ਹੈ। ਨਹੀਂ ਦੂਰ ਕਛ ਨੇਰੇ ਜਾਨ, ਤੇ ਬੜਾ ਦੂਰ ਨਹੀਂ। ਇਹ ਕਹਿੰਦੇ ਉਦੋਂ ਸਾਧ ਸੰਗਤ ਜੀ ਸੁਲਤਾਨਪੁਰ ਸਾਹਿਬ ਵੇਈ ਨਦੀ ਦੇ ਲਾਗੇ ਪਹੁੰਚ ਚੁੱਕੇ ਸੀ। ਇਹ ਸਾਰੇ ਸੰਗਤਾਂ ਡੱਲੇ ਵਾਲੀਆਂ ਸੁਲਤਾਨਪੁਰ ਸਾਹਿਬ ਤੋਂ ਲਾਗੇ ਹੀ ਅੱਗੇ ਡੱਲਾ ਪਿੰਡ। ਤੋ ਇੱਥੇ ਭਾਈ ਲਾਲੂ ਜੀ ਕਹਿੰਦੇ ਬਸ ਨਦੀ ਪਾਰ ਕਰਨੀ ਹੈ, ਪਾਰ ਕਰਕੇ ਬਸ ਲਾਗੇ ਹੀ ਆਪਣਾ ਪਿੰਡ ਆ ਜਾਣਾ ਹੈ। ਮਨ ਭਾਵਤ ਕੀਜੈ ਤਹਿ ਖਾਨ, ਤੇ ਸਾਡੇ ਪਿੰਡ ਆਪਣੇ ਨਗਰ ਡੱਲੇ ਜਾ ਕੇ ਜਿੰਨਾ ਤੈਨੂੰ ਜੀ ਕਰੂ ਨਾ ਓਨਾ ਹੀ ਤੂੰ ਛਕ ਲਵੀਂ, ਪੇਟ ਭਰ ਲਵੀਂ। ਪੁਨ ਤੁਝ ਕੋ ਲੈ ਸੰਗ ਸਿਧਾਰੈ, ਤੇ ਫਿਰ ਉਥੋਂ ਕੋਈ ਨਾ ਤੈਨੂੰ ਆ ਹੁਣ ਲੈ ਜਾਣੇ ਨਾਲ ਇੱਕ ਵਾਰੀ, ਤੇ ਹੁਣ ਜਰਾਂਦ ਕਰ ਕੁਝ ਸਮੇਂ ਵਾਸਤੇ। ਸਨੇ ਸਨੇ ਚਲ ਨਾਹੇ ਨਹਾਰੈ, ਉਹ ਕਹਿੰਦਾ ਨਹੀਂ ਸਣੇ ਸਣੇ। ਉਹ ਜਿਹੜੇ ਵਾ ਭਾਈ ਲਾਲੂ ਜੀ ਕਹਿੰਦੇ ਆ ਵੀ ਹੁਣ ਹੌਲੀ ਹੌਲੀ ਚੱਲ ਲਾ, ਚੱਲ ਜੇ ਬਹੁਤਾ ਤੇਜ਼ ਨਹੀਂ ਤੁਰਿਆ ਜਾਂਦਾ, ਹੌਲੀ ਹੌਲੀ ਚੱਲਦਾ ਜਾ ਤੇ ਹਾਰ ਨਾ ਮਨ ਤੂੰ ਤੁਰਿਆ ਜਾਂਦਾ ਰਹਿ। ਸੁਨ ਬਾਲਕ ਤਬ ਬਾਕ ਬਖਾਨਾ, ਇਹ ਬੜਾ ਚਾਤਰ ਸੀ ਬੱਚਾ ਤਈਆ ਤਾਪ। ਇਹ ਫਿਰ ਭਾਈ ਲਾਲੂ ਜੀ ਨੂੰ ਚਤੁਰਾਈ ਵਿੱਚ ਬਚਨ ਬੋਲਿਆ ਹੈ। ਮਾਮਾ ਆਹਾਰ ਅਬ ਹੈ ਇਸ ਥਾਨਾ, ਕਹਿੰਦੇ ਭਾਈ ਲਾਲੂ ਜੀ ਮੈਂ ਵੇਖਿਆ ਹੈ ਵੀ ਮੇਰਾ ਇੱਥੇ ਗੁਜ਼ਾਰੇ ਜੋਗਾ ਭੋਜਨ ਇੱਥੇ ਮੈਨੂੰ ਲਾਗੇ ਹੀ ਦਿਸਦਾ ਪਿਆ, ਵੀ ਜੇ ਤੁਸੀਂ ਮੈਨੂੰ ਛੱਡ ਦਿਓ ਤੇ ਇੱਥੇ ਲਾਗੇ ਹੀ ਮੇਰੇ ਗੁਜ਼ਾਰੇ ਜੋਗਾ ਭੋਜਨ ਹੈ, ਮੈਂ ਛਕ ਆਵਾਂ। ਤੁਮ ਆਗਿਆ ਬਿਨ ਸਕਾ ਨ ਖਾਏ, ਪਰ ਹਾਂ ਇਹ ਹੈ ਵੀ ਤੁਸੀਂ ਮੈਨੂੰ ਛੁਡਾ ਕੇ ਲਿਆਂਦਾ ਹੈ ਤੇ ਤੇਰੀ ਆਗਿਆ ਬਿਨਾਂ ਇਹ ਭਾਈ ਲਾਲੂ ਜੀ ਮੈਂ ਇੱਥੋਂ ਜਾਵਾਂਗਾ ਨਹੀਂ। ਤੁਸੀਂ ਮੈਨੂੰ ਆਗਿਆ ਦਿਓ ਤੇ ਮੈਂ ਇੱਥੋਂ ਲਾਗਿਓ ਭੋਜਨ ਮੈਨੂੰ ਦਿਸ ਰਿਹਾ, ਮੈਂ ਛਕ ਆਵਾਂ। ਕਹਾ ਤੁਰਤ ਹੀ ਹਵੈ ਤ੍ਰਿਪਤਾਏ, ਤੇ ਬਸ ਇੱਕ ਵਾਰੀ ਮੈਨੂੰ ਆਗਿਆ ਕਰੋ, ਮੈਂ ਜਾਵਾਂ ਤੇ ਬੜੀ ਛੇਤੀ ਨਾਲ ਵਾਪਸ ਆ ਜਾਵਾਂਗਾ, ਰੱਜ ਜਾਵਾਂਗਾ। ਸਹਿਜ ਸੁਭਾਇਕ ਲਾਲੋ ਕਹਿਓ, ਤੇ ਭਾਈ ਲਾਲੂ ਜੀ ਸਹਿਜ ਸੁਭਾਈ ਬੋਲੇ ਹਨ। ਤ੍ਰਿਪਤਾਵਹ ਆਹਾਰ ਜਹ ਲਹਿਓ, ਤੇ ਕਹਿੰਦੇ ਆ ਹੁਣ ਭਾਈ ਲਾਲੂ ਜੀ ਨੂੰ ਕੀ ਪਤਾ, ਕਹਿੰਦੇ ਠੀਕ ਹੈ ਇਹ ਬਾਲਕ, ਜੇ ਤੈਨੂੰ ਲੱਗਦਾ ਤੇਰਾ ਇੱਥੇ ਢਿੱਡ ਭਰਦਾ ਕਿਤੇ ਲਾਗੇ ਤੇ ਜਾ, ਹੁਣ ਤੈਨੂੰ ਅਸੀਂ ਛੱਡ ਦਿੰਨੇ ਆ, ਛੇਤੀ ਦੇ ਨਾਲ ਦੌੜ ਜਾ। ਘਰੀ ਮਾਤਰ ਹਮ ਠਹਿਰ ਨ ਕਰੈ, ਅਸੀਂ ਕੋਈ 24 ਕੁ ਮਿੰਟ ਘੜੀ ਇੱਕ ਅਸੀਂ ਇੱਥੇ ਸਵਾਸ ਲੈ ਲਈਏ, ਅਸੀਂ ਥਕਾਵਟ ਦੂਰ ਕਰਦੇ ਆ, ਪੈ ਜਾਂਦੇ ਹਾਂ। ਪੁਨ ਹਮ ਚੱਲੈ ਤੋਹੇ ਸੰਗ ਧਰੈ, ਤੇ ਫਿਰ ਛੇਤੀ ਆ ਜਾਵੀਂ, ਤੈਨੂੰ ਨਾਲ ਲੈ ਕੇ ਅਸੀਂ ਜਾਵਾਂਗੇ। ਤਹ ਧੋਬੀ ਇੱਕ ਬਸਤਰ ਪਖਾਰ ਹੈ, ਭਾਈ ਲਾਲੂ ਜੀਆਂ ਨੂੰ ਹੁਣ ਪਤਾ ਨਹੀਂ ਸੀ ਵੀ ਇਹ ਖਾਂਦਾ ਕੀ ਪੀਂਦਾ ਕੀ ਆ,
ਤੇ ਕਹਿੰਦੇ ਉੱਥੇ ਨਾ ਇੱਕ ਧੋਬੀ ਜਿਹੜਾ ਵਾ ਵੇਈ ਨਦੀ ਤੇ ਕੱਪੜੇ ਧੋ ਰਿਹਾ, ਇਹਨੇ ਵੇਖਿਆ ਤਈਏ ਤਾਪ ਨੇ ਜਲ ਨਿਚੋਰ ਸ਼ੁਸ਼ਕਨ ਕੋ ਢਾਰ ਤੇ ਹੈ। ਉਹ ਕੱਪੜੇ ਧੋਂਦਾ ਪਿਆ, ਜਲ ਦੇ ਵਿੱਚ ਪਾ ਪਾ ਕੇ ਕੱਪੜੇ ਚੰਗੀ ਤਰ੍ਹਾਂ ਸੁਕਾਉਂਦਾ, ਨਿਚੋੜ ਨਿਚੋੜ ਕੇ। ਜਬ ਲਾਲੋ ਤੇ ਆਗਿਆ ਲੀਨ, ਇਧਰ ਤਈਏ ਤਾਪ ਨੇ ਭਾਈ ਲਾਲੂ ਤੋਂ ਜਦੋਂ ਆਖਿਆ ਵੀ ਮੈਨੂੰ ਇੱਕ ਵਾਰੀ ਜਾ ਲੈਣ ਤੋਂ, ਭੁੱਖ ਲੱਗੀ, ਕੁਝ ਛਾ ਕੇ ਆਵਾਂ, ਭਾਈ ਲਾਲੂ ਜੀ ਜਦੋਂ ਹੀ ਇਸ ਨੂੰ ਆਗਿਆ ਦਿੱਤੀ ਹੈ ਤਤ ਛਿਨ ਚੜੇ ਬੋ ਤੇ ਸਥਿਤ ਤਨ ਕੀਨ। ਤੇ ਕਹਿੰਦੇ ਜਾਏ ਉਹਦੇ ਕਧਾੜੇ ਚੜਿਆ ਧੋਬੀ ਦੇ। ਤਈਆ ਤਾਪ ਬੜੀ ਛੇਤੀ ਨਾਲ ਦੌੜਿਆ ਤੇ ਜਾ ਧੋਬੀ ਨੂੰ ਚੰਬੜਿਆ ਹੈ। ਭਇਓ ਕੰਬ ਧੋਬੀ ਗਿਰ ਪਰਿਓ, ਤੇ ਧੋਬੀ ਦੀ ਕੋਈ ਵਾਹ ਨਾ ਰਹਿ ਗਈ ਤਾਂ ਕੰਬਦਾ ਹੋਇਆ ਧਰਤੀ ਉੱਪਰ ਧੋਬੀ ਡਿੱਗਿਆ ਹੈ। ਸਰਬ ਸਰੀਰ ਪੀੜ ਬੋ ਕਰਿਓ, ਸਾਰੇ ਸਰੀਰ ਵਿੱਚ ਬੜੀ ਭੈੜੀ ਪੀੜ ਛਿੜਨੀ ਸ਼ੁਰੂ ਹੋ ਗਈ ਹੈ। ਰੁਧਿਰ ਨਿਚੋਰ ਲੀਨ ਤਬ ਐਸੇ। ਕਵੀ ਜੀ ਕਹਿੰਦੇ ਜਿਵੇਂ ਧੋਬੀ ਪਹਿਲਾਂ ਕੱਪੜੇ ਨਿਚੋੜਦਾ ਪਿਆ ਸੀ ਨਾ, ਕੱਪੜਿਆਂ ਚੋਂ ਪਾਣੀ ਕੱਢਦਾ ਸੀ, ਉਵੇਂ ਕਹਿੰਦੇ ਤਈਏ ਤਾਪ ਨੇ ਧੋਬੀ ਨੂੰ ਨਿਚੋੜ ਕੇ ਸੁੱਟ ਦਿੱਤਾ, ਇਹਦਾ ਖੂਨ ਚੂਸ ਲਿਆ ਹੈ। ਵਸਤਰ ਨਿਚੋਰਤ ਜਲ ਕੋ ਜੈਸੇ, ਜਿਵੇਂ ਪਾਣੀ ਵਿੱਚੋਂ ਵਸਤਰ ਕੱਢ ਕੇ ਨਿਚੋੜਦਾ ਸੀ ਧੋਬੀ, ਇਸ ਤਰ੍ਹਾਂ ਤਈਏ ਤਾਪ ਨੇ ਧੋਬੀ ਨੂੰ ਨਿਚੋੜ ਦਿੱਤਾ, ਖੂਨ ਚੂਸ ਲਿਆ ਹੈ। ਤਹ ਕਟ ਫੋਰ ਠੀਕਰਾ ਭਰਿਓ, ਤੇ ਜੇ ਸੋ ਘੜੇ ਵਿੱਚ ਧੋਬੀ ਲਾਜਵਰ ਲਾਉਂਦੇ ਆ, ਉਹ ਘੜਾ ਭੰਨ ਕੇ ਤੇ ਕਹਿੰਦੇ ਇੱਕ ਠੀਕਰਾ ਜਿਹੜਾ ਵਾ ਨਾ ਤਈਏ ਤਾਪ ਨੇ ਧੋਬੀ ਦੇ ਸਰੀਰ ਚੋਂ ਲਹੂ ਦਾ ਕੱਢ ਲਿਆ ਹੈ। ਲਾਲੋ ਨਿਕਟ ਲਿਆਏ ਬੋ ਕਰਿਓ, ਤੇ ਉਥੋਂ ਆਇਆ ਦੌੜਿਆ ਤੇ ਠੀਕਰਾ ਭਰਿਆ ਲਹੂ ਦਾ ਲੈ ਕੇ ਖੂਨ ਦਾ ਭਾਈ ਲਾਲੂ ਜੀ ਦੇ ਪਾਸ ਆ ਗਿਆ। ਲੱਗਿਓ ਦਿਖਾਵਨ ਲੇਹੋ ਨਿਹਾਰ, ਤੇ ਇਹ ਭਾਈ ਲਾਲੂ ਜੀ ਨੂੰ ਵਿਖਾ ਜੇ ਕਿ ਇਉਂ ਵਿਖਾਉਂਦਾ ਖੂਨ ਦਾ ਠੀਕਰਾ ਭਰਿਆ ਹੋਇਆ। ਇਸ ਪ੍ਰਕਾਰ ਕੋ ਮੋਰਾ ਆਹਾਰ, ਤੇ ਕਹਿੰਦਾ ਭਾਈ ਲਾਲੂ ਤੂੰ ਮੈਨੂੰ ਪੂੜੀਆਂ ਖਵਾਉਣ ਨੂੰ ਫਿਰਦਾ ਸੈਂ, ਪੂੜੀਆਂ ਨਹੀਂ ਮੈਂ ਖਾਂਦਾ, ਮੇਰਾ ਤਾਂ ਆਹਾਰ ਹੈ, ਮੈਂ ਤਾਂ ਲਹੂ ਪੀਂਦਾ। ਉਹ ਨਾਲੇ ਉਹ ਠੀਕਰਾ ਜਿਹਾ ਵਿਖਾਵੇ ਭਾਈ ਲਾਲੂ ਨੂੰ ਤੇ ਨਾਲੇ ਦੱਸਦਾ ਵੀ ਮੈਂ ਪੂੜੀਆਂ ਖਾਣ ਵਾਲਿਆਂ ਚੋਂ ਨਹੀਂ ਹਾਂ। ਚਿਰੰਕਾਲ ਤੇ ਛੁਦਤ ਵਿਸਾਲਾ, ਬਾਕੀ ਮੈਂ ਬੜੇ ਸਮੇਂ ਤੋਂ ਭੁੱਖਾ 4-5 ਮਹੀਨੇ ਕੈਦ ਰਹਿਆ ਮਹਾਰਾਜ ਦੇ ਪਾਸ, ਪਾਣ ਕਰਾਂ ਤ੍ਰਿਪਤਾ ਇਸ ਕਾਲਾ। ਮੈਂ ਤਾਂ ਹੁਣ ਲਹੂ ਪੀਵਾਂਗਾ ਧੋਬੀ ਦਾ ਤੇ ਫੇਰ ਮੈਨੂੰ ਰੱਜ ਆਵੇਗਾ ਇਸ ਸਮੇਂ। ਕਿਰਪਾ ਆਪ ਕੀ ਮੋਹਿ ਬਚਾਇਓ, ਤੇ ਬਾਕੀ ਲਾਲੂ ਜੀ ਤੁਹਾਡੀ ਕਿਰਪਾ ਹੋਈ ਮੇਰੇ ਤੇ, ਤੁਸੀਂ ਮੈਨੂੰ ਮਹਾਰਾਜ ਪਾਸੋਂ ਛਡਵਾ ਕੇ ਲਿਆਂਦਾ ਹੈ। ਵੱਡ ਬੰਧਨ ਤੇ ਖੋਲ ਮੁਚਾਇਓ, ਜਿਹੜੀ ਮੈਂ ਕੈਦ ਪਿੰਜਰੇ ਵਿੱਚ ਪਿਆ ਹੋਇਆ ਸੀਗਾ, ਉਹ ਵੱਡੀ ਮਹਾਰਾਜ ਦੀ ਕੈਦ ਵਿੱਚੋਂ ਤੁਸੀਂ ਮੈਨੂੰ ਬਚਾ ਕੇ ਤੇ ਨਾਲ ਲੈ ਆਂਦਾ ਹੈ। ਸੁਣ ਅਰ ਪਿਖ ਲਾਲੋ ਔਰ ਤਰਾਸਾ, ਇਹ ਕਹਿ ਕੇ ਨਾ ਤਈਆ ਤਾਪ ਤੇ ਉਹ ਲਹੂ ਦਾ ਠੀਕਰਾ ਭਰਿਆ ਹੋਇਆ ਗੱਟ ਗੱਟ ਕਰਕੇ ਉੱਥੇ ਪੀ ਗਿਆ। ਭਾਈ ਲਾਲੂ ਜੀ ਵੇਖਿਆ ਜਦੋਂ ਇਹਦੇ ਵੱਲ ਵੀ ਹੈ ਤਾਂ ਛੋਟਾ ਜਿਹਾ ਬੱਚਾ ਹੀ, ਤੇ ਭਾਈ ਲਾਲੂ ਜੀ ਬਹੁਤ ਡਰ ਵਿੱਚ ਆ ਗਏ, ਬੜੇ ਡਰੇ ਹਨ, ਡਰ ਜਿਹਾ ਮੰਨਿਆ ਹੈ। ਗਹਿਓ ਪਿੰਜਰੇ ਵਿਖੇ ਨਿਕਾਸਾ, ਤੇ ਉਹ ਜਿਹੜਾ ਪਿੰਜਰੇ ਵਿੱਚੋਂ ਕੱਢਿਆ ਸੀ ਉਸੇ ਵਿੱਚ ਹੀ ਫੇਰ ਪਾ ਦਿੱਤਾ ਹੈ। ਵੱਡੀ ਬਲਾਏ ਨਾ ਮੈਂ ਕਛ ਜਾਣਿਓ, ਕਹਿੰਦਾ ਤਈਏ ਤਾਪ ਨੂੰ ਵੀ ਤੂੰ ਬਾਲਕ ਥੋੜੀ, ਤੂੰ ਤਾਂ ਬਹੁਤ ਵੱਡੀ ਬਲਾ ਆ, ਮੈਂ ਨਹੀਂ ਜਾਣਦਾ ਸੀ ਵੀ ਤੂੰ ਇਹੋ ਜਿਹਾ ਹੋਵੇਂਗਾ ਖੂਨ ਪੀਣਾ। ਸੰਗ ਕਰੂਰ ਕਰਮਾ ਅਬ ਆਨਾ, ਮੈਂ ਤਾਂ ਬਹੁਤ ਗਲਤੀ ਕਰ ਲਈ ਵੀ ਤੈਨੂੰ ਐਡੀ ਬਲਾ ਨੂੰ ਆਪਦੇ ਨਾਲ ਪਿੰਡ ਲੈ ਚੱਲਿਆ ਹਾਂ। ਕਹਿਣ ਲੱਗਿਓ ਚੱਲ ਹਟ ਗੁਰ ਪਾਵਰ, ਤੇ ਕਹਿੰਦਾ ਹੈ ਭਾਈ ਲਾਲੋ ਚੱਲ ਤੈਨੂੰ ਮੈਂ ਗੁਰੂ ਅਮਰਦਾਸ ਮਹਾਰਾਜ ਦੀ ਦਰਵਾਜ਼ੇ ਤੇ ਛੱਡ ਆਉਣਾ, ਤੈਨੂੰ ਨਹੀਂ ਨਾਲ ਲੈ ਕੇ ਜਾਣਾ, ਤੂੰ ਸਾਡੇ ਨਗਰ ਵਿੱਚ ਜਾ ਕੇ ਬਹੁਤ ਤਬਾਹੀ ਮਾਰੇਗਾ, ਉੱਥੇ ਲੋਕਾਂ ਦਾ ਖੂਨ ਪੀਆ ਕਰੇਗਾ। ਇਹ ਭਾਈ ਲਾਲੂ ਜੀ ਕਹਿੰਦੇ ਚੱਲ ਇਹ ਤਈਆ ਤਾਪ ਤੈਨੂੰ ਮੈਂ ਗੁਰੂ ਅਮਰਦਾਸ ਮਹਾਰਾਜ ਦੇ ਦਰਵਾਜ਼ੇ ਛੱਡ ਆਵਾਂ। ਮੈਂ ਨਾਲ ਜਾਵਾ ਆਪਣੀ ਠੌਰ, ਮੈਂ ਨਹੀਂ ਤੈਨੂੰ ਲੈ ਕੇ ਜਾਣਾ ਆਪਦੀ ਜਗ੍ਹਾ ਤੇ ਆਪਦੇ ਪਿੰਡ ਵਿੱਚ। ਜੀਵਨ ਕਾ ਦੁਖਦਾਇਕ ਪਾਪੀ, ਤੂੰ ਤਾਂ ਬੜਾ ਪਾਪੀ ਹੈ ਤੇ ਜੀਵਾਂ ਨੂੰ ਬੜਾ ਦੁੱਖ ਦੇਣ ਵਾਲਾ ਹੈ। ਵਿਆਕਲ ਕਰ ਹੈ ਮਹਾ ਸੰਤਾਪੀ, ਤੇ ਤੂੰ ਤਾਂ ਜਿਹਨੂੰ ਚਿੰਬੜ ਜਾਣਾ ਸੰਤਾਪੀ ਆ, ਇਹ ਦੁੱਖ ਦੇਣ ਵਾਲਿਆ, ਉਹਨੂੰ ਬੜਾ ਦੁਖੀ ਕਰਦਾ ਹੈ, ਝੰਜੋੜ ਕੇ ਰੱਖ ਦਿੰਦਾ ਹੈ, ਖੂਨ ਪੀਂਦਾ ਹੈ। ਗੁਰ ਰੱਖਾਂਗੇ ਕੈਦ ਮਝਾਰੀ, ਤੂੰ ਗੁਰੂ ਅਮਰਦਾਸ ਮਹਾਰਾਜ ਤੋਂ ਸੂਤ ਆਵੇਂਗਾ, ਤੈਨੂੰ ਗੁਰੂ ਪਾਤਸ਼ਾਹ ਦੇ ਪਾਸ ਹੀ ਛੱਡ ਆਉਣੇ ਆ, ਉੱਥੇ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਹੀ ਤੂੰ ਠੀਕ ਰਹਿੰਦਾ ਹੈ। ਕਹਾਂ ਰੁਧਰ ਕੋ ਪਾਏ ਆਹਾਰੀ, ਮਹਾਰਾਜ ਆਪੇ ਤੈਨੂੰ ਕੈਦ ਚ ਪਾ ਕੇ ਰੱਖਣਗੇ, ਉੱਥੇ ਕਿੱਥੋਂ ਤੈਨੂੰ ਖੂਨ ਪੀਣ ਨੂੰ ਮਿਲਣਾ ਸੀ, ਇੱਥੇ ਤਾਂ ਤੂੰ ਆਜ਼ਾਦ ਹੋਇਆ ਲਹੂ ਪੀਣਾ, ਧੋਬੀ ਨੂੰ ਜਾ ਚੰਬੜਿਆ।
ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸ ਹੀ ਤੂੰ ਚੰਗਾ ਸੀ, ਉੱਥੇ ਤੈਨੂੰ ਕੁਝ ਖਾਣ ਨੂੰ ਨਹੀਂ ਸੀ ਦਿੰਦੇ ਸਨ। ਸੁਣ ਤੇਇਆ ਚਿਤ ਇਤਿਸ਼ੈ ਰਾਸਾ। ਤੇ ਇਹ ਗੁਰੂ ਅਮਰਦਾਸ ਮਹਾਰਾਜ ਦਾ ਨਾਮ ਸੁਣ ਕੇ ਤਈਆ ਤਾਪ ਜਿਹੜਾ ਬਾਲਕ ਬੱਚੇ ਦੇ ਰੂਪ ਵਿੱਚ ਹੈ, ਤੇ ਮਹਾਰਾਜ ਦਾ ਨਾਮ ਸੁਣ ਕੇ ਸਕੋਚ ਜੇ ਗਿਆ, ਬੜਾ ਡਰਿਆ ਹੈ, ਇਕੱਠਾ ਜਿਹਾ ਹੁੰਦਾ ਹੈ। ਨਹਿ ਲੈ ਜਾਹੋ ਅਬ ਹੈ ਗੁਰ ਪਾਸਾ। ਤੇ ਹੱਥ ਜੋੜ ਕੇ ਭਾਈ ਲਾਲੂ ਜੀ ਦੇ ਚਰਨ ਫੜ ਲੈ, ਕਹਿੰਦਾ ਭਾਈ ਲਾਲੂ ਜੀ ਬੇਨਤੀ ਹੈ ਵੀ ਹੁਣ ਮੈਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਨਾ ਲੈ ਕੇ ਜਾਣਾ। ਮੈਂ ਤੁਮਾਰੇ ਬਾਕਨ ਅਨੁਸਾਰੀ। ਮੈਂ ਲਾਲੂ ਜੀ ਤੁਹਾਡੇ ਬਚਨਾਂ 'ਚ ਰਵਾਂਗਾ, ਸਦਾ ਜਿਵੇਂ ਤੁਸੀਂ ਆਖੋਗੇ ਉਦਾਂ ਹੀ ਕਰਾਂਗਾ। ਜਿਮ ਉੱਚ ਰਹਾ ਸੋ ਕਰਿਆ ਕਾਰੀ। ਵੀ ਜਿਹੜਾ ਵੀ ਕੰਮ ਤੁਸੀਂ ਆਖੋਗੇ ਜਿਵੇਂ ਕਹੋਗੇ ਉਹੀ ਕਿਰਿਆ ਕਰਾਂਗਾ, ਪਰ ਮੈਨੂੰ ਤੁਸੀਂ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਨਾ ਛੱਡ ਕੇ ਜਾਓ। ਅਬ ਤੇ ਆਗੇ ਇਹੀ ਪ੍ਰਸੰਗ। ਬਾਕੀ ਇਹ ਵੀ ਸੁਣ ਲਓ ਭਾਈ ਲਾਲੂ ਜੀ, ਅੱਜ ਤੋਂ ਬਾਅਦ ਜਿਹੜਾ ਆਪਣੇ ਦੋਹਾਂ ਦੇ ਮਿਲਾਪ ਦਾ ਪ੍ਰਸੰਗ ਹੈ, ਮੈਨੂੰ ਤੁਸੀਂ ਗੁਰੂ ਅਮਰਦਾਸ ਜੀ ਦੇ ਕੈਦ ਚੋਂ ਛੁਡਾਉਣ ਤੋਂ ਜਿਹੜਾ ਪ੍ਰਸੰਗ ਆਰੰਭ ਹੋਇਆ ਹੈ, ਜਿਸ ਬਿਦ ਹੋਇਓ ਹਮ ਤੁਮ ਸੰਗ। ਤੇ ਬਾਅਦ ਵਿੱਚ ਤੁਹਾਡਾ ਸਾਡਾ ਮੇਲ ਹੋਇਆ, ਜਿਵੇਂ ਤੁਸੀਂ ਸਾਨੂੰ ਗੁਰੂ ਅਮਰਦਾਸ ਜੀ ਮਹਾਰਾਜ ਦੀ ਕੈਦ ਚੋਂ ਛੁਡਾਇਆ, ਤੇ ਤੁਹਾਡਾ ਸਾਡਾ ਆਪਸ ਵਿੱਚ ਮੇਲ ਮਿਲਾਪ ਜਿੰਨੇ ਬਚਨ ਬਿਲਾਸ ਹੋਏ ਆ। ਕਹੈ ਕਥਾ ਕੋ ਸੁਨਹਿ ਸੁਨਾਵੈ। ਵੀ ਜੇ ਆਪਣੇ ਦੋਹਾਂ ਦੀ ਜੇ ਕੋਈ ਕਥਾ ਸੁਣੇਗਾ ਤੇ ਦੂਜਾ ਕੋਈ ਸੁਣਾਵੇਗਾ ਕਿਸੇ ਨੂੰ, ਤੇ ਕੋਈ ਸੁਣ ਲਵੇਗਾ ਗੁਰੂ ਅਮਰਦਾਸ ਮਹਾਰਾਜ ਦੀ ਇਹ ਕਥਾ। ਇੰਨਾ ਕੁ ਪ੍ਰਸੰਗ ਵੀ ਤੁਸੀਂ ਮੈਨੂੰ, ਮੈਂ ਕੈਦ ਕੀਤਾ ਹੋਇਆ, ਤੁਸੀਂ ਮੈਨੂੰ ਛੁਡਾਇਆ, ਤੇ ਆ ਜਿਹੜਾ ਧੋਬੀ ਵਾਲੇ ਸਮੇਤ ਜਿੰਨਾ ਕੁ ਆਪਣਾ ਮੇਲ ਮਿਲਾਪ ਹੋਇਆ ਹੈ ਲਾਲੂ ਜੀ, ਜਿਹੜਾ ਵੀ ਇਹ ਕਥਾ ਸੁਣੇ ਸੁਣਾਵੇਗਾ, ਸ਼੍ਰੀ ਗੁਰ ਅਮਰ ਨਾਮ ਕੋ ਧਿਆਵੈ। ਤੇ ਜਿਹੜੇ ਵੀ ਪ੍ਰਾਣੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਨਾਮ ਨੂੰ ਧਿਆਉਣਗੇ, ਯਾਦ ਕਰਨਗੇ, ਤਹਾਂ ਨਾ ਮੈਂ ਦੁਖ ਦੇਹੋਂ ਵਿਸਾਲਾ। ਉਥੇ ਮੈਂ ਦੁੱਖ ਨਹੀਂ ਦਿਆਂਗਾ। ਭਾਵ ਜੇ ਮੈਂ ਕਿਸੇ ਨੂੰ ਤੰਗ ਵੀ ਕਰਾਂਗਾ, ਤਈਆ ਤਾਪ ਕਹਿੰਦਾ ਜੇ ਚੜਿਆ ਵੀ ਹੋਵਾਂਗਾ, ਫੜਿਆ ਵੀ ਹੋਊ ਕਿਸੇ ਨੂੰ, ਜੇ ਕੋ ਆਪਣੇ ਦੋਹਾਂ ਦੀ ਕਥਾ ਉਥੇ ਸੁਣਾਵੇਗਾ, ਗੁਰੂ ਅਮਰਦਾਸ ਮਹਾਰਾਜ ਦਾ ਨਾਮ ਧਿਆਵੇਗਾ, ਤੇ ਮੈਂ ਉਹ ਥਾਂ ਛੱਡ ਕੇ ਚਲਾ ਜਾਵਾਂਗਾ। ਸੁਣ ਪ੍ਰਸੰਗ ਗਮਨਾ ਤਤਕਾਲਾ। ਜਦੋਂ ਹੀ ਉੱਥੇ ਤੁਹਾਡੀ ਸਾਡੀ ਕਥਾ ਹੋਇਆ ਕਰੇਗੀ, ਮੈਂ ਉਹ ਥਾਂ ਛੱਡ ਕੇ ਅੱਗੇ ਚਲਾ ਜਾਵਾਂਗਾ। ਕਰਨਾ ਕਰਹ ਛੋਰ ਅਬ ਜਾਵਹ। ਪਰ ਮੇਰੇ ਤੇ ਇੰਨੀ ਕੁ ਕਿਰਪਾ ਕਰੋ ਵੀ ਮੈਨੂੰ ਤੁਸੀਂ ਆਪਦੇ ਪਿੰਡ ਵੀ ਨਾ ਲੈ ਕੇ ਜਾਓ, ਗੁਰੂ ਅਮਰਦਾਸ ਜੀ ਪਾਤਸ਼ਾਹ ਮਹਾਰਾਜ ਦੇ ਪਾਸ ਗੋਇੰਦਵਾਲ ਵੀ ਨਾ ਛੱਡੋ, ਤੁਸੀਂ ਮੈਨੂੰ ਇੱਥੇ ਜੰਗਲ ਵਿੱਚ ਹੀ ਛੱਡ ਜਾਣਾ ਕਰੋ। ਨੇ ਜੋ ਉਪਕਾਰ ਕਰਿਓ ਨਾ ਮਿਟਾਵਹ। ਤੇ ਤੁਸੀਂ ਕਿਰਪਾ ਕਰੋ, ਜਿਹੜਾ ਪਹਿਲਾਂ ਮੇਰੇ ਤੇ ਪਰਉਪਕਾਰ ਕੀਤਾ, ਮੈਨੂੰ ਛੁਡਾ ਕੇ ਲਿਆਇਓ ਕੈਦ ਵਿੱਚੋਂ, ਉਹ ਹੁਣ ਮਿਟਾਓ ਨਾ। ਹੁਣ ਫਿਰ ਜੇ ਮੈਨੂੰ ਤੁਸੀਂ ਮਹਾਰਾਜ ਦੇ ਪਾਸ ਕੈਦ ਵਿੱਚ ਦੇ ਆਏ, ਤੇ ਫਿਰ ਤੁਹਾਡਾ ਪਰਉਪਕਾਰ ਕਾਹਦਾ? ਤੁਸੀਂ ਪਹਿਲਾਂ ਮੈਨੂੰ ਛੁਡਾਇਆ ਫਿਰ ਫੜਾ ਦਿੱਤਾ, ਗੱਲ ਤਾਂ ਉੱਥੇ ਹੀ ਆ ਜਾਣੀ ਹੈ। ਹੁਣ ਜਿਹੜਾ ਮੇਰੇ ਤੇ ਤੁਸੀਂ ਅਹਿਸਾਨ ਕੀਤਾ ਹੈ, ਇਹ ਲਾਲੂ ਜੀ ਕਿਰਪਾ ਕਰੋ, ਉਹ ਮੇਰੇ ਤੇ ਹੋਰ ਥੋੜੀ ਜਿਹੀ ਮਿਹਰ ਕਰੋ, ਤੇ ਮੈਨੂੰ ਨਾਲ ਨਾ ਲੈ ਕੇ ਜਾਓ, ਇੱਥੇ ਜੰਗਲ ਵਿੱਚ ਹੀ ਛੱਡ ਦੇਣਾ ਕਰੋ। ਬਿਨੈ ਸੁਣੀ ਲਾਲੋ ਤਜ ਗਇਓ। ਇਹ ਬੇਨਤੀ ਸੁਣੀ ਜਦੋਂ ਭਾਈ ਲਾਲੂ ਜੀਆਂ ਤਈਏ ਤਾਪ ਦੀ, ਕਿ ਮੈਂ ਉੱਥੇ ਨਹੀਂ ਆਵਾਂਗਾ ਜਿੱਥੇ ਤੁਹਾਡੀ ਸਾਡੀ ਕਥਾ ਹੋਵੇਗੀ। ਇਹ ਸੁਣ ਕੇ ਭਾਈ ਲਾਲੂ ਜੀਆਂ ਤਈਏ ਤਾਪ ਦੀ ਬੇਨਤੀ ਇੱਥੇ ਵੇਈ ਦੇ ਕੰਢੇ ਤੇ ਹੀ ਛੱਡ ਦਿੱਤਾ ਹੈ। ਗੁਰੂ ਕੈਦ ਤੇ ਛੂਟਤ ਭਇਓ। ਇਉਂ ਕਵੀ ਜੀ ਕਹਿੰਦੇ ਜਿਹੜਾ ਤਈਆ ਤਾਪ ਹੈ, ਗੁਰੂ ਅਮਰਦਾਸ ਮਹਾਰਾਜ ਦੀ ਕੈਦ ਵਿੱਚੋਂ ਛੁੱਟ ਆਇਆ ਹੈ। ਬਾਹਰ ਨਾ ਗੋਇੰਦਵਾਲ ਪ੍ਰਵੇਸ਼ਾ। ਫੇਰ ਨਹੀਂ ਇਹਨੇ ਕਦੇ ਵੀ ਗੋਇੰਦਵਾਲ ਸਾਹਿਬ ਵਾਲੇ ਪਾਸੇ ਮੁਖ ਕੀਤਾ, ਮੂੰਹ ਕੀਤਾ। ਸੁਨੇ ਨਾਮ ਡਰ ਧਾਰ ਵਿਸ਼ੇਸ਼ਾ। ਤੇ ਗੁਰੂ ਅਮਰਦਾਸ ਮਹਾਰਾਜ ਦਾ ਨਾਂ ਸੁਣ ਕੇ ਬੜਾ ਡਰਦਾ ਹੈ, ਕੰਬਦਾ ਹੈ। ਇਸ ਪ੍ਰਕਾਰ ਸਭ ਰੋਗ ਡਰਾਏ। ਕਵੀ ਜੀ ਕਹਿੰਦੇ ਕੱਲਾ ਤਈਆ ਤਾਪ ਹੀ ਨਹੀਂ, ਬੜੇ ਭਿਆਨਕ ਤੋਂ ਭਿਆਨਕ ਰੋਗ ਵੀ, ਕੋੜ ਵਰਗੇ ਵੀ ਗੁਰੂ ਅਮਰਦਾਸ ਮਹਾਰਾਜ ਜੀਆਂ ਕੈਦ ਵਿੱਚ ਪਾ ਕੇ ਰੱਖੇ ਸਨ, ਤੇ ਉਹਨਾਂ ਨੂੰ ਬੜਾ ਡਰਾ ਕੇ ਰੱਖਿਆ ਹੋਇਆ ਸੀਗਾ। ਗੁਰਪੁਰ ਵਿਖੇ ਨਾ ਫੇਰੋ ਪਾਏ। ਤੇ ਕਦੇ ਵੀ ਕੋਈ ਵੀ ਰੋਗ ਕਿਸੇ ਤਰ੍ਹਾਂ ਦਾ ਵੀ ਗੁਰੂ ਅਮਰਦਾਸ ਜੀ ਦੀ ਪੁਰੀ ਗੋਇੰਦਵਾਲ ਸਾਹਿਬ ਦੇ ਵਿੱਚ ਕਦੇ ਫੇਰਾ ਨਹੀਂ ਸੀ ਪਾਉਂਦਾ। ਭਾਵ ਜਿੰਨਾ ਸਮਾਂ ਗੁਰੂ ਅਮਰਦਾਸ ਜੀ ਮਹਾਰਾਜ ਗੁਰਤਾ ਤੇ ਰਹੇ, 22 ਵਰੇ ਖਾਲਸਾ ਜੀ, ਕੋਈ ਪ੍ਰਾਣੀ ਚੜਾਈ ਨਹੀਂ ਕੀਤਾ, ਤੇ ਗੋਇੰਦਵਾਲ ਸਾਹਿਬ ਦੇ ਕਿਸੇ ਪ੍ਰਾਣੀ ਨੂੰ ਕਿਸੇ ਤਰ੍ਹਾਂ ਦਾ ਕੋਈ ਰੋਗ ਨਹੀਂ ਸੀ ਲੱਗਣ ਦਿੱਤਾ ਮਹਾਰਾਜ ਨੇ।